पंथ निहारै कामनी, लोचन भरी ले उसासा। और ना भीजै पग ना खिसै, हर दर्शन की आसा। उडो ना कागा कारे, बेग मिलीजै अपने राम प्यारे। रहाओ कह कबीर जीवन पद कारण, हर की भगत करीजै। एक आधार नाम नारायण, रसना राम रविजै। कह कबीर जीवन पद कारण, हर की भगत करीजै। एक आधार नाम नारायण, रसना राम रविजै। राग गौड़ी। ग्यारहवां। आस पास कान तुलसी का बिरवा, माज बना रस गाऊं रे। वहाँ का स्वरूप देख मोही ग्वारन, मोह को छोड़ ना आओ ना जाऊं रे। तोहे चरण मन लागो सारंग धर, सो मिलै जो बड़ भागो। रहाओ बिंद्रावन मन हरन मनोहर, कृष्ण चरावत गाऊ रे। जां का ठाकुर तुम्ही सारंग धर, मोहे कबीरा नाऊ रे। बिंद्रावन मन हरन मनोहर, कृष्ण चरावत गाऊं रे। जां का ठाकुर तुम्ही सारंग धर, मोहे कबीरा नाओ रे। वाहिगुरु जी का खालसा, वाहिगुरु जी की फतेह। परम सन्मानयोग जुगो जुग अटल, चबर छतर ते तखत दे मालक, बाणी के बोहित ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਦਮਦਮਾ ਸਾਹਿਬ, ਪਾਤਸ਼ਾਹੀ ਪਹਿਲੀ, ਪਾਤਸ਼ਾਹੀ ਛੇਵੀਂ ਮਹਾਨ ਪਵਿੱਤਰ ਇਤਿਹਾਸਕ ਸਥਾਨ 'ਤੇ ਬਿਰਾਜਮਾਨ ਯਾਤਰਾ ਕਰ ਰਹੇ ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ। ਆਪ ਪਿਆਰ ਵਾਲਿਆਂ ਨੇ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ
ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਉਂਝ ਤੇ ਕਿਸੇ ਵੇਲੇ ਵੀ ਉੱਠ ਕੇ ਰਸਨਾ ਤੋਂ ਵਾਹਿਗੁਰੂ ਉਚਾਰਨ ਹੋਵੇ, ਕਿਸੇ ਵੇਲੇ ਵੀ ਅਸੀਂ ਗੁਰੂ ਘਰ ਆਵੀਏ ਤੇ ਹਜ਼ੂਰ ਕਹਿੰਦੇ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੈ ਦੁਆਰੇ ਆਇਆ। ਪਰ ਪਿਆਰਿਓ, ਜਿਸ ਤਰ੍ਹਾਂ ਬਨਸਪਤੀ ਨੂੰ ਪੱਤੇ ਫੁੱਲ ਤੇ ਫਲ ਪੈਂਦੇ ਨੇ, ਆ ਹੁਣ ਅੱਗੇ ਬਹਾਰ ਆਉਣੀ ਹੈ, ਪੱਤ ਝੜਦੀ, ਪੱਤੇ ਵੀ ਝੜ ਜਾਣੇ ਨੇ, ਫਿਰ ਸਮਾਂ ਆਵੇਗਾ ਵੀ ਉਹ ਹਰੇ ਭਰੇ ਹੋਣਗੇ, ਪੱਤੇ ਉਹਨਾਂ 'ਤੇ ਆ ਜਾਣਗੇ ਔਰ ਫਿਰ ਉਦੋਂ ਬਾਅਦ ਫੁੱਲ ਪੈਣਗੇ, ਫਲ ਬਾਅਦ ਵਿੱਚ ਪੈਂਦੇ ਨੇ। ਫਲ ਪਹਿਲਾਂ ਲੱਗ ਜਾਣ, ਫਿਰ ਪੱਤੇ ਪੈਣ, ਫਿਰ ਫੁੱਲ ਆਉਣ, ਇੱਦਾਂ ਨਹੀਂ ਹੁੰਦਾ। ਕ੍ਰਮਵਾਰ ਪੱਤੇ, ਫੁੱਲ ਤੇ ਫਲ। ਤੋ ਕਿਸੇ ਵੇਲੇ ਵੀ ਅਸੀਂ ਵਾਹਿਗੁਰੂ ਵਾਹਿਗੁਰੂ ਕਰੀਏ, ਵਿਅਰਥ ਨਹੀਂ ਜਾਂਦਾ। ਪਰ ਫਲ ਪਿਛਲੇ ਪੈਰ, ਫਲ ਅੰਮ੍ਰਿਤ ਵੇਲੇ, ਫਲ ਸੁਬਾ ਸੁਬਾ ਪ੍ਰਾਤः ਕਾਲ, ਜਿਸ ਵੇਲੇ ਤੁਸੀਂ ਚੌਂਕੜੇ ਮਾਰ ਕੇ ਬੈਠੇ ਹੋ, ਇੱਥੇ ਫਲ ਪੈਂਦਾ ਹੈ। ਇਸ ਨੂੰ ਸ਼ੇਖ ਫਰੀਦ ਸਾਹਿਬ ਨੇ ਆਪਣੇ ਬੋਲਾਂ ਵਿੱਚ ਜਿਵੇਂ ਉਚਾਰਨ ਕੀਤਾ, ਤੁਹਾਡੇ ਮੂੰਹ ਚੜੇ ਬੋਲ ਨੇ। ਆਪ ਜੀ ਜਦੋਂ ਕਹਿੰਦੇ ਨੇ ਵੀ ਪਹਿਲੇ ਪਹਿਰੇ ਫੁੱਲੜਾ ਫਲ ਪੇ ਪੱਛਾ ਰਾਤ, ਜੋ ਜਾਗਨ ਲਹਨ ਸੋ ਸਾਈਂ ਕੰਨੋ ਦਾਤ। ਪਹਿਲੇ ਪੈਰ ਫੁੱਲ ਲੱਗਦੇ ਨੇ, ਫਲ ਰਾਤ ਦੇ ਅਖੀਰਲੇ ਪੈਰ ਅੰਮ੍ਰਿਤ ਵੇਲੇ, ਯਾਨੀ ਕਿ ਸੁਬਹ ਸੁਬਹ ਚਲਾਗੇ ਇਤਿਆਦ, ਪ੍ਰਾਤः ਕਾਲ, ਭਲਕੇ, ਇਹ ਸਾਰੇ ਸ਼ਬਦ ਪਰਿਆਏ ਨੇ, ਸਮਰਥਾਂ ਵਿੱਚ ਨੇ। ਤੋ ਆਪ ਵਡਭਾਗਿਆਂ ਨੇ ਨੀਂਦਰ ਆਲਸ ਆਦਿ ਦਾ ਤਿਆਗ ਕੀਤਾ, ਬਖਸ਼ਿਸ਼ ਦੇ ਪਾਤਰ ਬਣੇ, ਕਿਉਂਕਿ ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾਂ ਮਿਲਣ ਕੁਆਉ। ਜਿਨ੍ਹਾਂ ਦੀਆਂ ਅੱਖਾਂ 'ਤੇ ਹਰ ਵਕਤ ਨੀਂਦ ਹੀ ਸਰਾਬੌਰ ਰਵੇ, ਭਾਈ ਉਹਨਾਂ ਆਤਮਾਵਾਂ ਦਾ ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ। ਇਸ ਵਾਸਤੇ ਸੌਣਾ ਤੇ ਇੱਕ ਦਿਨ ਹੈ ਹੀ, ਪਰਮਾਨੈਂਟ ਹੀ ਸੌਂ ਜਾਣਾ। ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾਰ। ਤੋ ਸਰੀਰ ਨੂੰ ਤੰਦਰੁਸਤ ਰੱਖਣ ਲਈ 4 ਘੰਟੇ, 5 ਘੰਟੇ, 6 ਘੰਟੇ, 7 ਘੰਟੇ, 8 ਘੰਟੇ, ਜਿਵੇਂ ਜਿਵੇਂ ਦਾ ਕਿਸੇ ਦਾ ਸਰੀਰ ਹੈ ਉਹ ਠੀਕ ਹੈ। ਪਰ ਲਾਹਾ ਜਾਗ ਕੇ ਹੀ ਪ੍ਰਾਪਤ ਹੁੰਦਾ ਹੈ। ਜਦੋਂ ਇਹ ਰਿਲੈਕਸ ਹੋ ਜਾਏ, ਜਦੋਂ ਇਹ ਫਿਰ ਤਰੋ ਤਾਜ਼ਾ ਹੋ ਜਾਏ, ਤੇ ਪਿਆਰਿਓ ਫਿਰ ਇਹਦੇ ਨਾਲ ਸੇਵਾ ਸਿਮਰਨ, ਮਨੁੱਖਤਾ ਦੀ ਸੇਵਾ, ਬਾਣੀ ਪੜ੍ਹਨੀ, ਸਤਸੰਗ ਵਿੱਚ ਜੁੜ ਕੇ ਕੀਰਤਨ, ਵਿਚਾਰ, ਆਨੰਦ ਪ੍ਰਾਪਤ ਕਰਨਾ, ਫਿਰ ਇਸ ਪਾਸੇ ਜੁੜ ਜਾਣਾ ਚਾਹੀਦਾ। ਵਡਭਾਗੇ ਹੋ ਪਿਆਰਿਓ, ਆਪ ਜੀ ਗੁਰੂ ਚਰਨਾਂ ਵਿੱਚ ਬਿਰਾਜਮਾਨ ਹੋ ਕੇ ਸਤਿਗੁਰੂ ਦੀ ਰਹਿਮਤ ਦੇ ਪਾਤਰ ਬਣ ਰਹੇ ਹੋ। ਸਤਿਗੁਰੂ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਸੇਵਾਵਾਂ ਭੇਟਾਵਾਂ ਪ੍ਰਵਾਨ ਕਰਨ ਔਰ ਸਭਨਾਂ ਦੀਆਂ ਸ਼ੁਭ ਮਨੋਭਾਵਨਾਵਾਂ ਮਹਾਰਾਜ ਗੁਰਮਤਿ ਅਨੁਸਾਰ ਸੰਪੂਰਨ ਕਰਨ, ਇਹ ਜਾਤੀ ਤੌਰ 'ਤੇ ਸੇਵਾਦਾਰ ਦੀ ਗੁਰੂ ਚਰਨਾਂ ਵਿੱਚ ਅਰਦਾਸ ਹੈ। ਜੋ ਜੀ ਹਜ਼ੂਰ ਦੇ ਦਰ 'ਤੇ ਆਵੇ ਸੋ ਰਾਜੀ ਜਾਵੇ, ਭਾਈ ਸੁਖ ਹੋਵੇ। ਸੋ ਸਾਧ ਸੰਗਤ ਉਪਰੰਤ ਆਪ ਜੀ ਨੇ ਦਾਸ ਪਾਸੋਂ ਗੌੜੀ ਰਾਗ ਵਿੱਚ ਭਗਤ ਕਬੀਰ ਸਾਹਿਬ ਦੇ ਜੋ 2 ਸ਼ਬਦ ਸਰਵਣ ਕੀਤੇ ਹਨ, ਇਹ ਸ਼ਬਦਾਂ ਦੀ ਸ਼ੁਰੂਆਤ 337 ਅੰਕ ਤੋਂ ਹੀ ਹੋ ਜਾਂਦੀ ਹੈ ਔਰ 38 ਤੇ ਮੁਕੰਮਲ ਹੁੰਦੇ ਨੇ। ਦੋਹਾਂ ਸ਼ਬਦਾਂ ਦਾ ਆਕਾਰ ਬੜਾ ਸੰਖੇਪ ਹੈ। ਵੈਸੇ ਟਰਮ ਵਾਈਜ਼ ਅਸੀਂ ਇੱਕ ਸ਼ਬਦ ਦੀ ਰੋਜ਼ ਵਿਚਾਰ ਕਰਨੇ ਆ, ਪਰ ਇਹਨਾਂ ਦੋਹਾਂ ਸ਼ਬਦਾਂ ਦੇ ਵਰਡਿੰਗ ਨੂੰ ਵੀ ਜੇ ਇਕੱਠੇ ਕਰਕੇ ਜੋੜੀਏ ਤੇ ਇੱਕ ਸ਼ਬਦ ਜਿੰਨੇ ਵੀ ਨਹੀਂ ਬਣਦੇ। ਬਹੁਤ ਛੋਟੇ ਆਕਾਰ ਦਾ ਸ਼ਬਦ ਹੈ, ਲਿਹਾਜ਼ਾ ਮੈਂ ਇਹ ਅੱਜ 2 ਸ਼ਬਦ ਜਿਹੜੇ ਨੇ ਲੈ ਲਏ ਨੇ, ਜੋ ਆਪ ਜੀ ਦੇ ਸਨਮੁਖ ਮੈਂ ਇਹਨਾਂ ਦੇ ਸਰਲ ਅਰਥ ਔਰ ਸੰਖੇਪ ਵਿਆਖਿਆ ਅਰਜ ਕਰਾਂਗਾ। ਤੋ ਆਓ ਪਿਆਰਿਓ, ਸਮਾਂ ਨਾ ਗਵਾਈਏ, ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੋ, ਪਿਆਰ ਨਾਲ ਇਕੱਠੇ ਹੋ ਕੇ ਇੱਕ ਵਾਰ ਸਾਰੀ ਸੰਗਤ ਉਚਾਰਨ ਕਰੋ ਤੇ ਆਖੋ ਜੀ, ਸਤਨਾਮ ਸ੍ਰੀ
फिर आखो जी सतनाम श्री वाहेगुरु जी। तो सत संगत ये जिहड़े शब्द ने दोवें गौड़ी राग विच ने। पहला शब्द जिहड़ा है उस दे संबंध विच किहड़े घर विच गाउणा है कोई संकेत नहीं दिता गया, पर दूसरा शब्द जो आस पास घन तुलसी का बिरवा माज बना रस गाँव रे उआ का स्वरूप देख मोही गुवारन मोह को छोड़ ना आऊ ना जाहू रे, ये शब्द नूं 11वें घर विच गाउण दी हदायत प्राप्त हुई है। तो राग गौड़ी हेठ लिखिया शब्द गौड़ी राग अंदर गायन करना है। हुण दरगाही बोल हन साध संगत सुर ते जोर दे के बेनती सुनियो। पंथ निहारै कामनी लोचन भरी ले उसासा, उर ना पीजै पग ना खिसै हर दर्शन की आसा। हे प्रभु मेरे अंदर तुहाडे दर्शनां दी आस कुछ इस तरह की है। भगत कबीर साहब महाराज अकाल पुरख वाहगुरू नूं मुखातब हो के कहिंदे ने भी हे प्रभु हे ईश्वर हे परमात्मा मेरे अंदर ना तुहाडे दर्शनां दी बड़ी प्रबल इच्छा है। बहुत बेबल हाँ मैं आप जी दे दीदार करने वास्ते। और फिर एक एग्जाम्पल दी है भी मेरी बेबलता किस तरह की है। मेरे अंदर जो तड़फ है, मेरे अंदर जो प्यास है, जो त्रे है, जो ताला बेली है। जिस तरह मच्छी नूं पानी चों कढ़ के ना रड़े दे उत्ते रख दिओ फिर वो किवें तड़फदी है लुढ़छदी है, इस तरह मैं लुढ़छना वा। ताला बेली है, बेचैनी है तेरे दर्शना वास्ते। एग्जाम्पल दी पंथ निहारै कामनी लोचन भरी ले उसासा। पंथ मैंने रस्ता मार्ग, निहारै मैंने तकदी है देखदी है। कौन? कामनी। कामनी मैंने स्त्री, वो सज विआही लड़की जिदा हुणे ताज़ा ताज़ा विआह होया है और जिदा पति कुछ दिनों वास्ते ये कह के प्रदेश चला गया है भी मैं जरूरी काम करके जा रहा तो बहुत जल्दी मैं वापस आ जाऊँगा। हुण ध्यान दिया जे गल नूं समझण लई, साडे कोल उस वेले कोई इलैक्ट्रॉनिक माध्यम नहीं गा, ये उन्हां जमानिਆਂ दी गल है। और किसी दी याद आवे तो उन्होंने सुरत करके याद करना। कदी कदी कोठियां दियां छत्तां ते वेख के राह वाल तकना और नगर दे बार बार जाके उस थां ते खड़े हो जाना जिस पासे नगर दे विच बाहरों किसी दूसरे वड्डे नगर तो रस्ता हुंदा होवे, उत्थे खलो के फिर तकना। आम तौर पर भैणां भरावां दी इस तरह उड़ीक करिया करदियां सन, पत्नियां पति की भी उड़ीक करिया करदियां सन जिहड़े प्रदेश गए हुंदे सन। पर भरावां दा ते मैं भैणां दा मोह प्यार मैं अपनी संभाल विच वेखिआ भी सरप्राइज़ हुंदा सी। उदों ही पता लगना जदों भरा ने घर आ जाना। हुण ते वो सरप्राइज़ खत्म हो गया ना, जदों फोन ते अपॉइंटमेंट लैके आउणी है। एक तो मोबाइल फोन जिहड़ा ना साध संगत सडनली जिहड़ा एक खुशी मिलती हुंदी सी वो मोबाइल ने साडे कोलों खो लई। और पहलां तो ही पता है। दूसरे जिहड़े साधन आ गए ने, कारां आ गईयां, मोटरां आ गईयां। हुण फर्र करके आए, घंटा 2 घंटे 4 बैठे, चाह पानी पीता, प्रशादा छकिया, गड्डी स्टार्ट की, तुर गए। साधन कोई नहीं सन, लिहाजा ज़्यादा नहीं तो 1-2 दिन तो रहना ही पैंदा सी ना। तो मोह वधदे सन, प्यार वधदा सी, मुहब्बत वधदी सी। तो ये जिहड़े फिर साधन आए इन्हां दे भाई सुख भी ने और हर एक चीज़ का साइड इफैक्ट भी हुंदा है। कबीर साहब सानू वल दस रहे ने भी परमात्मा नू याद करना है तो इदां करो। जिवें एक इस्त्री
नव विआही लड़की सुहागण अपने पति नूं नगर दे बार-बार खुली जगह ते खड़ी हो के जिधरों रस्ता हुंदा है उधर खड़ी हो के तकदी है शदैणा वांगू। ये भी नहीं भी पिंड वाले आउंदे जांदे मैनू पै तकदे ने भी ये शदैण कित्थे मूँह चुक के खलोती है। अखां खुलियां होईयां ने और कदी कदी आप मुहारे अखां चों अथरू वगन लग पैंदे ने, गल्लां भिज जांदियां ने। पर मजाल है भी थके कई गाड़ी कोलों दी लंघे, वो मील मील खेतों में दूर जाके पट्ठा दत्था वड्डिया लद्दिया वापस आए तो जदों गए सन उदों भी खड़ी सी, जदों वापस आए उदों भी खड़ी है। कहते पता नहीं इनू की होया शदैन जी नू, थकदी भी कोनी, हुण भी उस तरह खड़ी रस्ते वाल देख रही है। हुण प्यारिओ जिथे प्यार होवे उत्थे थकावट नहीं हुंदी। तुसीं सुनी है ना कथा भी पहाड़ चढ़ रहा सी जोगी, बड़ा खड़वा रस्ता सी, ऊपर चढ़ रहा सी ते एक बच्ची ना कोई 14 कुछ सालां दी उन्हें अपने पिछे इदां अपने छोटे 2 कुछ सालां दे भरा नूं 3 सालां दे नूं इह चुक्या होया ते वो भी चढ़दी जाए ते जोगी भी चढ़दा जाए। ते जोगी उस लड़की नूं कहन लगा बेटा इतना उच्चा पहाड़ है, उबड़ खुबड़ा रस्ता है ते तेनू भार नहीं लगता? वो कहती मैं तो भार चुक्या ही नहीं गा। वो कहता भी आ तू लड़के नूं चुक्या? वो कहती ये भार थोड़ा है तो मेरा भरा है। भार विच ते भरा च फर्क हुंदा है ना, जिन्ना वजन भरा दा है उन्ना ही वजन उस लड़की की पिठ ते रख देंदे ते यकीनन उन्होंने भार लगना सी, उन्होंने भार लगना सी। प्यारिओ गल समझिओ, वेट उन्ना ही है पर भाव बदल गए ने। इसलिए वो कहती मैं भार चुक्या ही नहीं, मैनू काहदा भार लगना। कह लगे तू चुक्या तो है मुंडे नूं। वो कह लगी ये भार नहीं है तो मेरा वीर है, ये मेरा वीर है, भार नहीं है। जिथे प्यार होवे उत्थे भार नहीं लगता, जिथे प्यार होवे उत्थे प्यारिओ थकावट भी नहीं हुंदी। पंथ निहारे कामनी, रस्ते ते खड़ी हो के, रस्ता पंथ मैंने रस्ता, मार्ग वे, निहारे मैंने तकदी है, कामनी मैंने स्त्री। वो लड़की जिदा पति घर नहीं, वो कह के गया भी मैं आ जाऊंगा, आया कोई नहीं। हुण कोल सैल फोन तो है नहीं, ना लैंडलाइन है, ना कोई टैलीग्राम सिस्टम है, ना कोई टैलीफैक्स है, ना प्लेन है, ना ट्रेन है, ना अखबारात है, कुछ नहीं। ये उन्होंने जमाने दियां गल्लां। हुण वो रस्ते ते खड़ी है, तक रही है। पंथ निहारे कामनी, लोचन भरी ले उसास, अखां विच उत्साह है, उम्मीद है बई नहीं हुणे वेखो दिस्या के दिस्या, दिस्या के दिस, मैं तो 2 मीलों तो अपने घर वाले नूं पछाण लांगी। और इस तरह हुंदा भी सी। लोचन भरी ले उसासा, अखां विच उत्साह है, कदी कदी आप मुहारे पानी वह तुरदा और ना भीजै, रस्ते नूं तक तक के हिरदा भरदा नहीं। ते पग ना खिसै, पैर खिसकांदी ही कोई नहीं गी, क्योंकि थकदे ही नहीं गे। थके ते तां जे कोई बद्धी गल होवे, जे कोई फार्मैलिटी होवे भी 2 घंटे पाठ की रौल लानी है ते 2 घंटिया 4-5 वार 7 वार तो घड़ी वाल वेखना है भी कदों 2 घंटे होण, कथा करनी है घंटा ते घड़ी वाल ते हर वेले ध्यान रहना। पर वो इस्त्री जिहदा पति गया है वो उडीक करदी है, वो घड़ी वाल थोड़ा तकदी है ना, उहदा दिल रजदा वेख वेख के रस्ते नूं। हालांकि पति रस्ते ते नज़र नहीं आया, उस रस्ते नूं ही देख रही है जिहदे उत्ते पति ने आउणा है। ते साडे इत्थे मालवे च ते धारना लगदियां हुंदियां सन, उन्हां राहां तो सदके जावां जिन्नी राही आउंदा दिसे। मुखातब परमात्मा नूं हो के ये धारना लानी है, वाहगुरू मैं उन्हां रस्तियां तो सदके जावां तू जिन्हां रस्तियां तो आउंदा दिसे। भाई गुरदास भी एक थां कहंदे ना, नक सेसलो सगल अंग रोम रोम कर, काट काट सिखन के चरण पर वारिय, पीसन पसाए पुन अगन जलाए, ताहि ले उडे पवन होए अनक प्रकारिय, जात कात सेख पाग तरह गुर पंथ प्रात, ताहू ताहू मार्ग में पसम को डारिय, ते पद पादक चरण लिव लागी रहे, दया के दयाल मोहे पतित उधारी है। पंथ की भी गल करते हैं। वो मैं
पैर दे अंगूठे तो सिर दी चोटी तक सब तो पहला लकड़ दी मुड्ढी ते टोका लैके अपने शरीर नूं टुकदियां, बेर बेर करदियां, खंड खंड करदियां, टुकड़े टुकड़े करदियां। नख सिस लो सगल अंग रोम रोम कर काट काट, सिखन के चरण पर वारी है पीसन पसाए। फिर उन्होंने टुकड़ियां नूं मैं चक्की च पी लवां, जदों पाउडर बन जाए ना पाउडर, फिर मैं हवा अग नूं कवां भी इन्हां नूं साड़ के सुआह बना दे, फिर बन जाए मेरी राख, फिर मेरी बन जाए सुआह। ते फिर मैं हवा नूं कवां ऐ हवा मेरी खाक नूं उठा और उन्हां राहां दे उत्ते विछा दे जिन्हां राहां तो गुरसिख चल के आउंदे ने। एक बारी कह दिओ सतनाम श्री। सिख जिहड़े गुरु चरनां विच आउंदे ने, संगत विच आउंदे ने, सिख कौम दा तुरंतर ते श्रोमणी विद्वान भाई गुरदास कहंदा ऐ हवा मेरी खाक उन्हां रस्तियां ते विछा दे, इन्हां दे चरण मेरी राख दे उत्ते पै जाण, भला मेरा भी किते भला हो जाए। इस वास्ते मैं अपने वीरां नूं बेनती करना हुन्ना, जवानी विच कई वार जोश ज़्यादा हुंदा है, होश थोड़ी, भी ये जिहड़ियां संगतां आउंदियां ना, इन्हां नाल जितना वधिया तुसीं बिहेव कर सको उन्ना ही थोड़ा है। विच संगत हर प्रभ वसै जीओ। जितना असी अच्छा बिहेवियर कर सकीए, जितना अच्छा बोल बाणी साडी हो, जितने असी हथ जोड़ सकीए, जितने असी झुक सकीए, क्योंकि इदू वड्डी कोई जगह नहीं गी, इदू वड्डा कोई नाता नहीं गा। ये भी मैं अर्ज करदे आ, ना नानकियां दा एडा वधिया प्यार है संगत वाला, ना दादकियां दा ते ना सौहरियां दा। उंज भी तुसीं वेखो सारे गृहस्थी बैठे हो, नानकियां कोल किते रोज़ नानके थोड़ा मिलते हैं, सौहरा परिवार ना साडे कोल रोज़ आउंदा, ना असीं उन्हां कोल रोज़ आउंदे, पर असीं ते रोज़ मिलने आ। ये नाता ते सारियां तो उत्ते हो गया ना। फिर इस नाते विच कोई स्वार्थ नहीं, उन्हां नातियां विच ते स्वार्थ है। नानकियां नाल बना के रखनी है बई नानकी शक लियाउणगे, दादकियां नाल बना के रखनी है बई पुश्तैनी जायदाद मिलेगी, सौहरियां नाल बना के रखनी है भी बच्चों के उन्होंने स्वार्थ करने ने। उत्थे तो स्वार्थ है, इत्थे तो कोई स्वार्थ नहीं है, निरस्वार्थ प्यार है। तो भावें असी प्रचारक कथावाचक हाँ, भावें असी रागी हाँ, भावें असी पाठी हाँ, ग्रंथी हाँ, भावें असी वलंटीयर तौर पर सेवावां करने हाँ गुरुद्वारे च, साडा बिहेवियर बहुत हिमसेल्फ होना। मैं तो किसी संगत के प्राणी नाल गलत व्यवहार करना कि ये मेरे सामने तो कोई भी करे तो मैं अपसैट हो जाना, मैं कहना बड़ा गलत कर रहा, इनू पता नहीं है किड्डी वड्डी गुस्ताखी कर रहा है। असी प्रेरना है संगत नूं भी, साध संगत आविया करो, दर्शन दिया करो, सेवा दसो, ना कि असी झिड़कां मारनियां ने। तो खैर नख सिस लो सगल अंग रोम रोम कर काट काट, सिखन के चरण पर वारिय पीसन पसाए पुन अगन जलाए, ताहे ले उडे पवन होए अनक प्रकारी है जत कत जिथे किते भी। सिख गुर सिख पग धरै गुर पंथ प्रात, सिख गुरु पंथ वल जांदे किसे रस्ते ते पैर धरे, पंथ निहारे कामणी। ताहू ताहू मार्ग में भस्म को डारिय, ते पद पादक चरण लिव लागी रहे, दया के दयाल मोहे पतत उधारी है। हे दयालु सतगुरु, किते मेरे शरीर के टुकड़े टुकड़ियां का पाउडर पाउडर की राख वो राहां ते विछी होवे ते गुरु दरबार में आउण वाली संगत ते मेरे उत्ते चरण पै जाण, मता मेरा पापी का भी पार उतारा हो जाए। ये कौन है? ये कोई सधारण मेरे वर्गा व्यक्ति नहीं, जिन्हों रूहे जमीन ते पहली बार साध संगत हाथ में कलम पकड़ के श्री गुरु ग्रंथ साहब की बाणी लिखण का सुभाग अवसर प्राप्त होया। भाई साहब भाई गुरदास जी, दो गुरसिख भाई गुरदास जी ते बाबा बुढ़ा साहब, ये दो इस तरह के गुरसिख ने साध संगत जिन्हां तो गुरु साहबान भी सलाह लेंदे रहे भी दसो किवें करिए। गुरु समर्थ है, गुरु अकाल पुरख का रूप है, पर इन्हां दो सिखां का इन्ना मान भी दसो बाबा बुढ़ा जी, दसो भाई गुरदास जी किवें करिए, तुहाडी की सलाह है। इन्ना मान इन्हां वो संगत तो सदके पै जाते हैं, संगत तो बलिहार जाते हैं। पंथ निहारै कामनी लोचन भरी ले उसासा, उर ना पीजै
ਉਹ ਇਸਤਰੀ, ਉਹ ਨਵ ਵਿਆਹੀ ਮੁਟਿਆਰ, ਉਹ ਬੱਚੀ ਜਿਹਦਾ ਹੁਣੇ ਹੁਣੇ ਵਿਆਹ ਹੋਇਆ ਹੈ ਤੇ ਜ਼ਰੂਰੀ ਕੰਮ ਕਰਕੇ ਪਤੀ ਚਲਾ ਗਿਆ ਤੇ ਮੈਂ ਛੇਤੀ ਆ ਜਾਵਾਂਗਾ, ਆਇਆ ਕੋਈ ਨਹੀਂ। ਹੁਣ ਉਹਦੇ ਕੋਲ ਕੋਈ ਸੈੱਲ ਫੋਨ ਨਹੀਂ, ਕੋਈ ਮੋਬਾਈਲ ਨਹੀਂ, ਕੋਈ ਲੈਂਡਲਾਈਨ ਨਹੀਂ। ਉਹ ਪਿੰਡ ਦੇ ਬਾਰ-ਬਾਰ ਖੁੱਲੀ ਜਗ੍ਹਾ ਤੇ ਖੜੀ ਹੋ ਕੇ ਰਸਤੇ ਵੱਲ ਤੱਕਦੀ। ਪਾਠੀ ਗੱਡੇ ਲੈ ਕੇ ਪੱਠੇ ਵੱਢਣ ਚਲੇ ਗਏ। ਉਹ ਪੱਠੇ ਵੱਢ ਕੇ 3-4-5 ਘੰਟਿਆਂ ਬਾਅਦ ਵਾਪਸ ਆ ਗਏ। ਜਦੋਂ ਗਏ ਸਨ ਉਦੋਂ ਵੀ ਖੜੀ ਸੀ ਤੇ ਲੰਘਣ ਲੱਗੇ ਕਹਿੰਦੇ ਇਹ ਸ਼ਦੈਣ ਜੀ ਅਜੇ ਵੀ ਖਲੋਤੀ ਹੈ, ਥੱਕਦੀ ਵੀ ਕੋਨੀ ਗੀ। ਕਬੀਰ ਸਾਹਿਬ ਕਹਿੰਦੇ ਨੇ ਔਰ ਨਾ ਭੀਜੈ ਪੱਗ ਨਾ ਖਿਸੈ, ਵੇਖ ਵੇਖ ਕੇ ਰਸਤੇ ਵੱਲ ਦਿਲ ਭਰਦਾ ਹੀ ਕੋਨੀ ਤੇ ਪੈਰ ਇਹਦੇ ਖਿਸਕਦੇ ਹੀ ਕੋਨੀ, ਜੰਮੇ ਹੋਏ ਨੇ, ਪੱਥਰ ਦੀ ਪ੍ਰਤਮਾ ਹੀ ਬਣ ਗਈ। ਹੇ ਵਾਹਿਗੁਰੂ, ਜਿਵੇਂ ਉਹ ਨਵ ਵਿਆਹੀ ਲੜਕੀ ਪਤੀ ਦੀ ਉਡੀਕ ਕਰਦੀ ਹੈ, ਉਹਦੇ ਅੰਦਰ ਜਿਵੇਂ ਪ੍ਰਬਲ ਇੱਛਾ ਹੈ ਵੀ ਛੇਤੀ ਮੇਰਾ ਪਤੀ ਘਰ ਆਵੇ, ਇਸ ਤਰ੍ਹਾਂ ਮੇਰੇ ਅੰਦਰ ਲਾਲਸਾ ਹੈ ਤੇਰੇ ਦਰਸ਼ਨਾਂ ਦੀ। ਐਗਜ਼ਾਮਪਲ ਦਿੱਤੀ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਉਹ ਬਚਨ, ਮੋਇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਉਹ ਸਾਰਾ ਸ਼ਬਦ ਇੱਥੇ ਟੁਕਦਾ ਇਸ ਸ਼ਬਦ ਦੀ ਵਿਆਖਿਆ ਦੇ ਵਿੱਚ। ਜਿਨ੍ਹਾਂ ਨੂੰ ਇਹ ਲਟਕ ਲੱਗੀ ਉਹਨਾਂ ਫਿਰ ਆਖਿਆ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲਿਆ। ਫਿਰ ਗੁਰੂ ਕਬਾੜ ਖੋਲ ਕੇ ਆਤਮਾ ਪਰਮਾਤਮਾ ਦਾ ਮਲਾਪ ਕਰਾਂਦਾ। ਹੁਣੇ ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ ਨੇ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਠ। ਕਹਿੰਦੇ ਨੇ ਵਕੀਲ ਨੂੰ। ਗੱਲਾਂ ਤੇ ਸਾਨੂੰ ਬੜੀਆਂ ਹੁੰਦੀਆਂ ਨੇ ਪਰ ਜੱਜ ਦੇ ਸਾਹਮਣੇ ਜਾ ਕੇ ਤੇ ਕੋਈ ਨਹੀਂ ਨਾ ਹੁੰਦੀ। ਇੱਕ ਤੇ ਇਹ ਸਮੱਸਿਆ ਹੈ ਵੀ ਮੈਡੀਕਲ ਸਾਇੰਸ ਦੀ ਆਪਣੀ ਲੈਂਗੁਏਜ ਹੈ ਪਿਆਰਿਓ, ਜੁਡੀਸ਼ਲੀ ਦੀ ਆਪਣੀ ਲੈਂਗੁਏਜ ਹੈ, ਮਾਲ ਮਹਿਕਮੇ ਦੀ ਆਪਣੀ ਲੈਂਗੁਏਜ ਹੈ, ਧਾਰਮਿਕ ਦੁਨੀਆ ਵਿੱਚ ਆਪਣੀ ਲੈਂਗੁਏਜ ਹੈ। ਤਾਂ ਬੰਦਾ ਇੱਕ ਫੀਲਡ ਦਾ ਐਕਸਪਰਟ ਹੈ ਤੇ ਕੋਈ ਜ਼ਰੂਰੀ ਨਹੀਂ ਵੀ ਦੂਜੇ ਵਿੱਚ ਵੀ ਉਹ ਸੇਵਾ ਨਿਭਾ ਲਏਗਾ। ਜਿਸ ਤਰ੍ਹਾਂ ਸਾਨੂੰ ਅਦਾਲਤਾਂ 'ਚ ਆ ਕੇ ਗੱਲ ਨਹੀਂ ਨਾ ਹੁੰਦੀ, ਟੇਬਲ ਟਾਕ 'ਚ ਭਾਵੇਂ ਸਾਹ ਨਾ ਲਈਏ, ਇਸ ਤਰ੍ਹਾਂ ਦਰਗਾਹ ਵਿੱਚ ਵੀ ਗੱਲ ਕੋਈ ਨਹੀਂ ਹੁੰਦੀ ਪਿਆਰਿਓ। ਉੱਥੇ ਵਕਾਲਤ ਗੁਰੂ ਕਰਦਾ ਜੇ, ਬਸੀਠ ਵਕੀਲ ਨੂੰ ਕਹਿੰਦੇ। ਹਰ ਦਰਗਾਹ ਕਾ ਬਸੀਠ, ਗੁਰੂ ਵਕੀਲ ਬਣ ਕੇ ਉੱਥੇ ਕਹਿੰਦਾ ਬਈ ਇਹਦਾ ਕੇਸ ਮੈਂ ਲੜਨਾ। ਦੱਸੋ ਕੀ ਇਹਦਾ ਦੋਸ਼ ਹੈ? ਲੋਕੀ ਝੂਠ ਬੋਲਦੇ ਨੇ, ਬੜਾ ਚੰਗਾ ਬੰਦਾ ਹੈ, ਤੁਹਾਡਾ ਨਾਮ ਜਪਦਾ ਸੀ, ਬਾਣੀ ਪੜ੍ਹਦਾ। ਜਿਵੇਂ ਵਕੀਲ ਆਪਣਾ ਪੱਖ ਰੱਖਦੇ, ਉੱਥੇ ਫਿਰ ਗੁਰੂ ਆਪਣੇ ਅਨਿਆਈ ਦਾ ਪੱਖ ਰੱਖਦਾ। ਤੇ ਜਿਨ੍ਹਾਂ ਵਕੀਲ ਕੀਤਾ ਹੀ ਨਾ ਹੋਵੇ ਪਿਆਰਿਓ, ਉਹਨਾਂ ਦਾ ਫਿਰ ਇੱਕ ਪਾਸੜ ਫੈਸਲਾ ਹੋ ਜਾਂਦਾ ਹੈ। ਜਿੱਤਦਾ ਤੇ ਉਹੀ ਹੈ ਨਾ ਜਿਹਨੇ ਵਕੀਲ ਕੀਤਾ ਹੁੰਦਾ, ਮੈਨੂੰ ਖਿਮਾ ਕਰਨਾ। ਜਿਨ੍ਹਾਂ ਨੇ ਗੁਰੂ ਵਾਲੇ ਜਿਹੜੇ ਬਣੇ ਨੇ, ਫਿਰ ਉੱਥੇ ਗੁਰੂ ਉਹਨਾਂ ਦੀ ਬੌੜੀ ਕਰਦਾ ਹੈ। ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋਗ। ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੈ ਉਸਾਸਾ, ਔਰ ਨਾ ਭੀਜੈ ਪੱਗ ਨਾ ਖਿਸੈ, ਹਰ ਦਰਸ਼ਨ ਕੀ ਆਸਾ। ਹੁਣ ਧਿਆਨ ਦਿਆ ਜੇ, ਉਡੋ ਨਾ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪੇ। ਬੇਗ ਕਹਿੰਦੇ ਛੇਤੀ ਨੂੰ, ਹੋਰ ਕੁਝ ਨਾ ਪੇਸ਼ ਜਾਣੀ। ਇਹ ਤੇ ਮੈਂ ਆਪਣੀ ਸੰਭਾਲ ਵਿੱਚ ਵੇਖਿਆ, ਬੀਬੀਆਂ ਨੂੰ ਔਂਸੀਆਂ ਪਾਉਂਦਿਆਂ ਤੇ ਬਨੇਰਿਆਂ ਤੋਂ ਕਾਂ ਉਡਾਉਂਦਿਆਂ ਹੋਇਆਂ ਮੈਂ ਆਪ ਕੰਨੀ ਸੁਣਿਆ ਤੇ ਅੱਖੀਂ ਡਿੱਠਾ ਵੀ ਕਾਵਾਂ ਉੱਡ ਖਾਂ ਮੇਰਾ ਵੀਰ ਆਉਂਦਾ। ਤੇ ਪਤਾ ਨਹੀਂ ਕਿਵੇਂ ਦਾ ਸਮਾਂ ਆ ਗਿਆ, ਕਿਵੇਂ ਦੀ ਹਵਾ ਚੱਲ ਗਈ ਹੈ। ਮੈਂ ਵੇਖਿਆ ਜਦੋਂ ਕਿਤੇ ਬੇਬਲ ਹੋ ਕੇ ਭੈਣ ਨੇ ਇਸ ਤਰ੍ਹਾਂ ਕਰਨਾ ਤੇ ਭਰਾ ਨੇ ਆ ਵੀ ਜਾਣਾ। ਇਹ ਵੀ ਗੱਲ ਨਾਲ ਜਿਵੇਂ ਔਂਸੀ ਪਾਉਣੀ, ਜੇ ਤੇ ਔਂਸੀ ਰਾਹ ਦੇ ਜਾਏ, ਔਂਸੀ ਰਾਹ ਕਈ ਵਾਰ ਉਹਨੇ ਰਾਹ ਦੇਣਾ, ਕਈ ਵਾਰ ਨਾ ਦੇਣਾ। ਰਾਹ ਦੇਣ ਦਾ ਮਤਲਬ ਸੀ ਵੀ ਲੀਕਾਂ ਖਿੱਚ ਕੇ ਨਾ ਤੇ ਉਹ ਵਾਕਿਆ ਪੂਰਾ ਕਰਨਾ ਵੀ ਦੱਸ ਕਾ ਮੇਰਾ ਵੀਰ ਆਉਂਦਾ, ਉਹ ਇੱਕ ਇੱਕ ਲੀਕ ਨਾਲ। ਹੁਣ ਜੇ ਉਹ ਰਾਹ ਦੇ ਜਾਣਾ ਤੇ ਕਹਿਣਾ ਵੀ ਔਂਸੀ ਰਾਹ ਦੇ ਗਈ, ਵੀਰ ਆਵੇਗਾ। ਤੇ ਜੇ ਨਾ ਰਾਹ ਦੇਣਾ ਤੇ ਫਿਰ ਆਖਣਾ ਨਹੀਂ ਮੇਥੋਂ ਗਲਤ ਲੀਕਾਂ ਵੱਜ ਗਈਆਂ, ਅੰਦਰੋਂ ਹੌਸਲਾ ਨਾ ਛੱਡ, ਦੁਬਾਰਾ ਲੀਕਾਂ ਵਾਹਣੀਆਂ। ਇਹਨੂੰ ਔਂਸੀਆਂ ਪਾਣੀਆਂ ਆਉਂਦੇ ਸਨ। ਜਾਂ ਕਾਂ ਬੈਠਾ ਹੋਣਾ ਤੇ ਆਖਣਾ ਉੱਡ ਕਾਵਾਂ ਮੇਰਾ ਵੀਰ ਆਉਂਦਾ। ਜੇ ਤੇ ਕਾਂ ਨੇ ਉੱਡ ਜਾਣਾ ਤੇ ਆਖਣਾ ਵੀਰ ਨੇ ਆ ਜਾਣਾ, ਕਾਂ ਉੱਡ ਗਿਆ। ਤੇ ਜੇ ਨਾ ਉੱਡੇ ਤੇ ਫਿਰ ਨਿਰਾਸ਼ ਹੋ ਜਾਣਾ। ਕਬੀਰ ਸਾਹਿਬ ਇਸ ਤਰ੍ਹਾਂ ਕਾਂ ਨੂੰ ਕਿੰਨੀ ਅੰਦਰ ਤੜਫ ਹੋਵੇਗੀ। ਭਗਤ ਕਬੀਰ ਸਾਹਿਬ ਮਹਾਰਾਜ ਦੇ ਅੰਦਰ ਵਾਹਿਗੁਰੂ ਦੇ ਦੀਦਾਰਾਂ ਦੀ
ਵਾਹਿਗੁਰੂ ਦੇ ਮਿਲਾਪ ਦੀ ਕਿੰਨੀ ਤੜਫ ਹੋਵੇਗੀ। ਜਿਹੜੇ ਕਾਂ ਉਡਾਉਂਦੇ ਨੇ ਤੇ ਕਹਿੰਦੇ ਨੇ ਉੱਡੋ ਨਾ ਕਾਗਾ ਕਾਰੇ, ਇਹ ਕਾਲਿਆ ਕਾਵਾਂ ਉੱਡ ਬੇਗ ਮਲੀਜੈ ਆਪਣੇ ਰਾਮ ਪਿਆਰੇ। ਵੇਖੋ ਹੁਣ ਜੇ ਇਹਦੇ ਅਰਥ ਕਰਾਂਗੇ ਵੀ ਇਹ ਵਕਾਰ ਰੂਪੀ ਕਾਲੇ ਕਾਉ ਤੁਸੀਂ ਉੱਡ ਜਾਓ, ਬਹੁਤ ਡੂੰਘੇ ਚਲੇ ਜਾਈਏ, ਫਿਰ ਜਿਹੜਾ ਕਾਂ ਉਡਾਉਣ ਵਿੱਚ ਹੁਲਾਰਾ ਹੁੰਦਾ ਹੈ ਨਾ, ਉਹ ਹੁਲਾਰਾ ਵਕਾਰ ਕਹਿਣ ਵਿੱਚ ਨਹੀਂ ਆਵੇਗਾ। ਮੈਂ ਇੱਕ ਦੋ ਹੋਰ ਐਗਜ਼ਾਮਪਲ ਦੇ ਦਿਆਂ। ਜਿਹੜਾ ਰੱਬੀ ਸ਼ਾਇਰ ਹੈ ਨਾ, ਰੱਬੀ ਸ਼ਾਇਰ ਕਬੀਰ ਸਾਹਿਬ ਵਰਗਾ, ਗੁਰੂ ਨਾਨਕ ਸਾਹਿਬ ਵਰਗਾ, ਗੁਰੂ ਨਾਨਕ ਸਾਹਿਬ ਨੇ ਇੱਕ ਥਾਂ ਤੇ ਆਪਣੇ ਆਪ ਨੂੰ ਸ਼ਾਇਰ ਕਿਹਾ ਹੈ। ਸ਼ਾਇਰ ਵੈਸੇ ਸ਼ਬਦ ਉਰਦੂ ਦਾ ਹੈ, ਉਹਨਾਂ ਦਾ ਆਪਣਾ ਇਹ ਜ਼ੁਬਾਨ ਬੜੀ ਪਾਏਦਾਰ ਜ਼ੁਬਾਨ ਹੈ, ਗੁਰਮੁਖੀ ਦੀ ਆਪਣੀ ਖੇਡ ਹੈ। ਉਰਦੂ ਜਿਹੜੀ ਜ਼ੁਬਾਨ ਹੈ ਇਹ ਬੜੀ ਪਾਏਦਾਰ ਜ਼ੁਬਾਨ ਹੈ, ਔਰ ਇਹਦਾ ਆਪਣਾ ਇੱਕ ਵੱਖਰਾ ਫੀਲਡ ਹੈ। ਉੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ। ਤਾਂ ਉਹਨਾਂ ਨੇ ਆਪਣੇ ਆਪ ਨੂੰ ਸ਼ਾਇਰ ਕਹਿ ਕੇ ਮਾਨ ਉਹ ਹਾਸਲ ਕਰਦੇ ਨੇ, ਮਾਨ ਸਮਝਦੇ ਨੇ। ਸ਼ਾਇਰ ਹੋਣਾ ਇੱਕ ਚੰਗੀ ਗੱਲ ਹੈ, ਉਸੇ ਨੂੰ ਹਿੰਦੀ 'ਚ ਕਵੀ ਕਹਿੰਦੇ ਨੇ। ਹੁਣ ਸ਼ਾਇਰ ਲੋਕ ਰੱਬੀ ਕਵੀਆਂ ਦਾ ਹਿਰਦਾ ਤੇ ਸਾਡੇ ਹਿਰਦੇ, ਅਸੀਂ ਅੱਕ ਨੂੰ ਲੱਗੀਆਂ ਹੋਈਆਂ ਅੰਬਾਕੜੀਆਂ ਤੇ ਬੜੀ ਵਾਰਾਂ ਤੱਕੀਆਂ ਹੋਣਗੀਆਂ, ਸਾਨੂੰ ਕੋਈ ਹਲਾਰਾ ਆਉਂਦਾ ਨਹੀਂ ਆਉਂਦਾ, ਕਿਉਂਕਿ ਦਿਲ ਪੱਥਰ ਹੋ ਗਏ ਨੇ। ਤ੍ਰਿਸ਼ਨਾ ਹਰ ਵਕਤ ਸਾਡੇ ਦਿਲੋਂ ਦਿਮਾਗ ਦੇ ਉੱਤੇ ਆਪਣਾ ਗਲਬਾ ਪਾਈ ਰੱਖਦੀ ਹੈ, ਕੁਝ ਸੁੱਝਦਾ ਹੀ ਨਹੀਂ ਸਿਵਾਏ ਪੈਸੇ ਦੇ। ਔਰ ਉਹ ਅਵਸਥਾ ਬਣ ਗਈ ਹੈ ਵੀ ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ। ਇਹ ਲੋੜ ਹੈ, ਜ਼ਰੂਰਤ ਹੈ, ਨਹੀਂ ਕੰਮ ਚੱਲਦਾ ਇਹਦੇ ਬਿਨਾਂ ਕਿਸੇ ਦਾ ਵੀ, ਮੇਰਾ ਵੀ ਨਹੀਂ ਚੱਲਦਾ, ਪਰ ਇਹ ਲੋੜ ਹੈ, ਇਹ ਨਿਸ਼ਾਨਾ ਨਹੀਂ ਹੈ, ਇਹ ਜ਼ਰੂਰਤ ਹੈ। ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਨੇ, ਲਗਜ਼ਰੀ ਦਾ ਕੋਈ ਅੰਤ ਨਹੀਂਗਾ। ਲਗਜ਼ਰੀ ਦੇ ਚੱਕਰ ਵਿੱਚ ਪੈਣ ਦਾ ਮਤਲਬ ਇਹ ਆਪਣੇ ਆਪ ਨੂੰ ਸੂਲੀ ਤੇ ਟੰਗਣਾ। ਤਾਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ। ਲਿਵਿੰਗ ਸਟੈਂਡਰਡ ਦੇ ਚੱਕਰ ਵਿੱਚ ਪੈ ਜਾਈਏ ਤੇ ਫਿਰ ਆਪਣੇ ਤੋਂ ਉੱਤੇ ਬਹੁਤ ਨੇ, ਦੇਖਦੇ ਜਾਓ ਤੇ ਭੱਜਦੇ ਜਾਓ, ਦੇਖਦੇ ਜਾਓ ਤੇ ਭੱਜਦੇ ਜਾਓ, ਦੇਖਦੇ ਜਾਓ ਤੇ ਭੱਜਦੇ ਜਾਓ। ਤੁਸੀਂ ਉਹ ਕਹਾਣੀ ਤੇ ਸੁਣੀ ਹੈ ਨਾ ਵੀ ਕੋਈ ਖੁਸ਼ ਹੋ ਗਿਆ ਰਾਜਾ ਤੇ ਉਹਨੇ ਕਿਹਾ ਵੀ ਭੱਜ ਜਿੰਨਾ ਭੱਜ ਸਕਣਾ, ਜਿੰਨੀ ਜ਼ਮੀਨ ਵੱਲ ਲੈਂਗਾ ਤੇਰੀ, ਪਰ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ। ਜਿਉਂ ਭੱਜਾ ਸਵੇਰ ਤੋਂ ਲੈ ਕੇ, ਨਾ ਪਾਣੀ ਨਾ ਚਾਹ ਨਾ ਪ੍ਰਸ਼ਾਦਾ ਨਾ ਆਰਾਮ ਨਾ ਕੁਛ, ਜਿਉਂ ਭੱਜਾ ਬੇਤਹਾਸ਼ਾ, ਜਿੰਨਾ ਦੌੜ ਸਕਦਾ ਸੀ ਉਹਨਾਂ ਦੌੜਿਆ। ਤੇ ਪਿਆਰਿਓ ਅੰਤ ਇਹ ਹੋਇਆ ਵੀ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਪੁਆਂਟਲੀ ਖਾ ਕੇ ਜ਼ਮੀਨ ਤੇ ਡਿੱਗ ਪਿਆ ਔਰ ਜੀਵਨ ਦਾ ਅੰਤ ਹੋ ਗਿਆ। ਇੰਨੀ ਸਰੀਰ ਨੂੰ ਖੇਚਲ ਦਿੱਤੀ, ਹੋਰ ਵਾਲਾਂ ਹੋਰ ਵਾਲਾਂ। ਤ੍ਰਿਸ਼ਨਾ ਕਿੱਥੇ ਇਸ ਤਰ੍ਹਾਂ ਮਿਟਦੀ? ਜੇ ਵਲ ਵੀ ਲੈਂਦਾ ਤੇ ਫਿਰ ਕਿਹੜਾ ਤ੍ਰਿਸ਼ਨਾ ਨੇ ਬੈਠ ਜਾਣਾ ਸੀ, ਫਿਰ ਹੋਰ ਅੱਗੇ ਜਾਣਾ ਸੀ। ਖੈਰ, ਮੈਂ ਅਰਜ਼ ਕਰ ਰਿਹਾ ਸਾਂ ਬਈ ਅੱਕ ਨੂੰ ਲੱਗੀਆਂ ਹੋਈਆਂ ਅੰਬਾਕੜੀਆਂ ਵੇਖ ਕੇ ਸਾਨੂੰ ਕੋਈ ਹਲਾਰਾ ਨਹੀਂ ਆਉਂਦਾ, ਪਰ ਰੱਬੀ ਕਵੀ ਜਦੋਂ ਫਿਰ ਪੱਕ ਜਾਂਦੀਆਂ ਨਾ ਪਿਆਰਿਓ, ਪੱਕ ਕੇ ਟੁੱਟ ਕੇ ਡਿੱਗ ਪੈਂਦੀਆਂ, ਫਿਰ ਨਾ ਉਹ ਖਿੱਲਰ ਜਾਂਦੀਆਂ। ਕਿਸੇ ਦੇ ਪੈਰ ਥੱਲੇ ਆ ਕੇ ਮਿੱਧ ਕੇ ਉਹ ਟੁੱਟ ਜਾਏ, ਜਾਂ ਉਂਝ ਸਮੇਂ ਨਾਲ ਵੈਸੇ ਹੀ ਉਹ ਇਸ ਤਰ੍ਹਾਂ ਹੋ ਜਾਂਦੀ ਹੈ। ਹੁਣ ਉਹਦੇ ਵਿੱਚੋਂ ਚਿੱਟੇ ਜਿਹੇ ਰੰਗ ਦੀਆਂ ਉਹ ਖਿੱਲਰ ਕੇ ਉਹਦਾ ਜਿਹੜੇ ਹਿੱਸੇ ਨੇ ਬੜੇ ਵੇਟਲੈਸ ਜਿਹੇ, ਅਤੀ ਵੇਟਲੈਸ ਜਿਹੇ, ਉਹ ਫਿਰ ਹਵਾ ਦੇ ਵਿੱਚ ਇੱਧਰ ਉੱਧਰ ਉੱਡ ਕੇ ਤੇ ਜਾ ਕੇ ਕਿੱਕਰਾਂ ਦੀਆਂ ਸੂਲਾਂ ਦੇ ਵਿੱਚ, ਹੋਰ ਕੰਡਿਆਂ ਵਿੱਚ, ਹੋਰ ਥਾਵਾਂ ਦੇ ਉੱਤੇ ਫਿਰ ਉਹ ਖੱਜਲ ਖੁਆਰ ਹੁੰਦੇ। ਹੁਣ ਜਦੋਂ ਤੱਕ ਉਹ ਉਸ ਅੰਬਾਕੜੀ ਦੇ ਵਿੱਚ ਸਨ, ਅੰਬਾਕੜੀ ਅੱਕ ਦੇ ਨਾਲ ਜੁੜੀ ਸੀ, ਉਦੋਂ ਤੱਕ ਬੜਾ ਸੋਹਣਾ ਸੀ ਕੰਮ। ਪਰ ਜਿਵੇਂ ਉਹਦੇ ਨਾਲ ਟੁੱਟੀ, ਸੁੱਕੀ, ਫਟੀ, ਉਹ ਸਾਰੀ ਤਾਰ ਤਾਰ ਹੋ ਕੇ ਖਿੱਲਰ ਗਈ। ਉਹਨੂੰ ਵੇਖ ਕੇ ਰੱਬੀ ਸ਼ਾਇਰ ਕਹਿੰਦੇ ਨੇ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਬਿਰਹਿ ਵਿਛੋੜਾ ਧਨੀ ਸਿਓ ਨਾਨਕ ਸਹਿ ਸਹਿ ਗੰਠ। ਆ ਵੇਖੋ, ਅੱਕ ਨਾਲ ਲੱਗੀਆਂ ਹੋਈਆਂ ਅੰਬਾਕੜੀਆਂ ਕਿਵੇਂ ਚੋ ਚੋ ਕਰਦੀਆਂ, ਮਨ ਨੂੰ ਮੋਹਦੀਆਂ ਸਨ, ਪਰ ਆਪਣੇ ਟਾਹਣੀ ਨਾਲੋਂ, ਅਸਲੇ ਨਾਲੋਂ ਟੁੱਟ ਕੇ ਤੇ ਕਿਵੇਂ ਖੇਰੂ ਖੇਰੂ ਹੋ ਕੇ ਵਿਛੋੜੇ ਦੇ ਵਿੱਚ ਦੁੱਖ ਪਾ ਰਹੀਆਂ। ਸੰਖ ਤੁਸੀਂ ਬੜੇ ਵੇਖੇ ਨੇ, ਮੈਂ ਵੀ ਵੇਖੇ ਨੇ, ਪਰ ਸੰਖ ਨੂੰ ਵੇਖ ਕੇ ਸਾਡਾ ਧਿਆਨ ਉੱਧਰ ਥੋੜ੍ਹਾ ਜਾਂਦਾ, ਉਹਦੀ ਬੈਕਗਰਾਊਂਡ ਵੱਲ। ਕਿਸੇ ਦੇਵਾਲਿਆ ਦੇ ਵਿੱਚ ਆਪਣੇ ਹੋਠਾਂ ਤੇ ਲਾ ਕੇ ਸੰਖ ਵਿੱਚ ਪੁਜਾਰੀ ਨੇ ਫੂਕ ਮਾਰੀ, ਤੇ ਉਹ ਫੂਕ ਜਦੋਂ ਮਾਰੀ ਤੇ ਆਵਾਜ਼ ਨਿਕਲੀ
ਤੇ ਰੱਬੀ ਸ਼ਾਇਰ ਨੂੰ ਇੰਜ ਲੱਗਾ ਜਿਵੇਂ ਇਸ ਸੰਖ ਨੇ ਧਾ ਮਾਰੀ ਹੁੰਦੀ ਹੈ। ਸਾਨੂੰ ਤੇ ਉਹਦੇ ਚੋਂ ਧਾ ਨਹੀਂ ਨਜ਼ਰ ਆਉਂਦੀ। ਤੇ ਉਹ ਕਹਿ ਉੱਠੇ ਰਹਿ ਨਾਇਰ ਵਿਛੋਰਿਆ, ਰੋਰੇ ਸੰਖ ਮਜ਼ਹੂਰ, ਦੇਵਲ ਦੇਵਲ ਧਾੜ ਹੀ ਦੀਸੈ ਉਗਵਤ ਸੂਰ। ਰਹਿ ਨਾਇਰ ਤੂੰ ਸਮੁੰਦਰ ਤੋਂ ਵਿਛੜ ਗਿਆ। ਸਮੁੰਦਰ ਵਿੱਚ ਬੜੀਆਂ ਮੌਜਾਂ ਸਨ, ਪਰ ਜਦੋਂ ਤੈਨੂੰ ਸਮੁੰਦਰ ਚੋਂ ਕੱਢ ਕੇ ਲਿਆਇਆ ਤੇ ਹੁਣ ਹਰ ਦਿਵਾਲਿਆਂ ਵਿੱਚ, ਹਰ ਮੰਦਰ ਵਿੱਚ ਪੁਜਾਰੀ ਤੇਰੇ ਤੇ ਮੂੰਹ ਤੇ ਰੱਖ ਕੇ ਫੂਕਾ ਮਾਰਦੇ ਨੇ ਤੇ ਤੂੰ ਤਾਹਾਂ ਮਾਰ ਕੇ ਰੋਣਾ ਹੈ ਵੀ ਦੁਨੀਆ ਦੇ ਲੋਗੋ ਆਪਣੇ ਅਸਲੇ ਤੋਂ ਦੂਰ ਨਾ ਜਾਇਓ। ਉਦਣ ਤੂੰ ਗੱਲਾਂ ਵਿੱਚ ਆ ਗਿਆ, ਕਦੀ ਸਮੁੰਦਰ ਤੈਨੂੰ ਥੱਲੇ ਲੈ ਜਾਂਦਾ ਹੈ, ਕਦੀ ਤੈਨੂੰ ਥਪੇੜਾ ਮਾਰ ਕੇ ਕੰਢਿਆਂ ਤੇ ਸੁੱਟ ਦਿੰਦਾ ਹੈ, ਕਦੀ ਤੈਨੂੰ ਡੋਬ ਦਿੰਦਾ ਹੈ, ਕਦੀ ਤੈਨੂੰ ਐਦਾਂ ਕਰਦਾ ਹੈ, ਕਦੀ ਉੱਦਾਂ ਕਰਦਾ। ਤੂੰ ਗੱਲਾਂ ਵਿੱਚ ਆ ਕੇ ਆਪਣੇ ਅਸਲੇ ਨੂੰ, ਆਪਣੇ ਰਹਿ ਨਾਇਰ ਨੂੰ ਛੱਡ ਕੇ ਆ ਗਿਓ ਤੇ ਹੁਣ ਮੰਦਰ ਮੰਦਰ ਦੁਆਰੇ ਦੁਆਰੇ ਤੂੰ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਤਾਹਾਂ ਮਾਰਨੀਆਂ ਪੈਂਦੀਆਂ, ਰੋ ਕੇ ਦੱਸਦਾ ਆਪਣੇ ਅਸਲੇ ਨਾਲੋਂ ਨਾ ਵਿਛੜਿਆ ਜੀ, ਅਸਲੇ ਨਾਲ ਜੁੜੇ ਰਿਹਾ ਜੀ। ਇਹ ਹੁਲਾਰਾ ਤੇ ਰੱਬੀ ਸ਼ਾਇਰ 'ਚ ਹੀ ਆ ਸਕਦਾ। ਸਾਡੇ ਸਾਹਮਣੇ ਤੇ ਕਈ ਘਟਨਾਕ੍ਰਮ, ਕੋਈ ਫੁੱਲ ਟੁੱਟ ਕੇ ਡਿੱਗਾ ਹੋਵੇ, ਸਾਨੂੰ ਕੁਛ ਵੀ ਨਹੀਂ ਹੁੰਦਾ, ਪਰ ਗੁਰੂ ਹਰਗੋਬਿੰਦ ਸਾਹਿਬ 7ਵੇਂ ਪਾਤਸ਼ਾਹ ਨੂੰ ਕਹਿੰਦੇ ਨੇ ਦਾਮਨ ਸੰਕੋਚ ਚਲੋ। ਬੇਟਾ ਜੇ ਜਾਮਾ ਵੱਡਾ ਪਾਉਣ ਦਾ ਸ਼ੌਂਕ ਹੋਵੇ ਨਾ ਤੇ ਉਸ ਜਾਮੇ ਨੂੰ ਸੰਭਾਲ ਕੇ ਚੱਲਣਾ ਚਾਹੀਦਾ। ਕੋਮਲ ਫੁੱਲ ਟੁੱਟ ਕੇ ਥੱਲੇ ਨਹੀਂ ਡਿੱਗਣੇ ਚਾਹੀਦੇ। ਭਾਵੇਂ ਸੰਕੇਤ ਡੂੰਘਾ ਸੀ, ਪਰ ਜੇ ਪ੍ਰਾਇਮਰੀ ਉਪਦੇਸ਼ ਵੀ ਲਈਏ ਤੇ ਉਹ ਵੀ ਕੋਮਲਤਾ ਨਾਲ ਜੁੜਿਆ ਹੋਇਆ, ਉਹ ਵੀ ਹਿਰਦੇ ਦੇ ਦਰਮਨ ਨਾਲ ਜੁੜਿਆ ਹੋਇਆ। ਚੋਲਾ ਬੜਾ ਜ਼ਿਆਦਾ ਜਾਮਿਆਂ ਵਾਲਾ ਸ਼੍ਰੀ ਹਰਿ ਰਾਏ ਜੀ ਨੇ ਪਾਇਆ ਸੀ। ਛੋਟੇ ਸਨ, ਪੋਤਰੇ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਰਿਸ਼ਤੇ ਚੋਂ, ਤੇ ਮਹਾਰਾਜ ਨੂੰ ਬਾਗਾਂ ਦਾ ਤੇ ਬਗੀਚੀਆਂ ਦਾ ਬੜਾ ਸ਼ੌਂਕ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ। ਉਹਨਾਂ ਨੇ ਕੀਰਤਪੁਰ ਸਾਹਿਬ ਜਿਹੜੇ ਬਾਗ ਲਾਏ ਉਹ ਹੁਣ ਵੀ ਮੌਜੂਦ ਨੇ। ਹੁਣ ਵੀ ਗੁਰਦੁਆਰਿਆਂ ਦੇ ਨਾਮ ਗੁਰਦੁਆਰਾ ਬਾਗ ਸਾਹਿਬ ਤੋਂ ਬਗੀਚੀਆਂ ਉਹਨਾਂ ਨੇ ਬੜੀਆਂ ਲਵਾਈਆਂ। ਇੱਕ ਤੇ ਵੈਸੇ ਇਹਨਾਂ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਤੇ ਉਹਨਾਂ ਜ਼ਮਾਨਿਆਂ 'ਚ ਇੱਥੇ ਐਪਲ ਆਪੇ ਹੀ ਉੱਗ ਪੈਂਦੇ ਸਨ। ਜਿਵੇਂ ਸਾਡੇ ਇੱਥੇ ਧਰੇਕਾਂ ਤੂਤ ਆਪੇ ਉੱਗਦੇ ਨੇ, ਐਪਲ ਆਪੇ ਹੀ ਉੱਗ ਪੈਂਦੇ ਸਨ ਔਰ ਫਲਾਂ ਨਾਲ ਲੱਦੇ ਜਾਂਦੇ ਸਨ, ਬਿਨਾਂ ਕਿਸੇ ਸਪਰੇਅ ਦੇ, ਬਿਨਾਂ ਕਿਸੇ ਦਵਾਈ ਦੇ, ਕਿਉਂਕਿ ਵਾਤਾਵਰਨ ਠੀਕ ਸੀ। ਖੈਰ, ਹੁਣ ਕਿਸੇ ਛੱਪੜ ਦੇ ਵਿੱਚ ਅਸੀਂ ਕਿਸੇ ਛੱਪੜ ਨੂੰ ਪਾਣੀ ਨਾਲ ਹਰਿਆ ਭਰਿਆ ਵੇਖਿਆ ਹੋਵੇ ਤੇ ਫਿਰ ਅਸੀਂ ਸੁੱਕਾ ਵੇਖ ਲਈ ਤੇ ਸਾਨੂੰ ਕੀ ਹੁੰਦਾ? ਸਾਨੂੰ ਤੇ ਕੁਝ ਵੀ ਨਹੀਂ ਹੁੰਦਾ। ਅਸੀਂ ਤੇ ਇੰਨੀ ਕੁ ਵਿਚਾਰ ਜ਼ਰੂਰ ਆਉਂਦੀ ਹੈ ਵੀ ਜੇ ਕੋਈ ਪੁੱਛ ਗਿੱਛ ਨਹੀਂ ਤੇ ਕੋਈ 100-200 ਟਰਾਲੀ ਪਾ ਕੇ ਆਪਾਂ ਵੀ 100-200 ਗਜ ਮੱਲ ਲਈਏ, ਇੱਦਾਂ ਦੀ ਵਿਚਾਰ ਹੀ ਆਉਂਦੀ ਹੈ ਨਾ। ਬੜੇ ਪਿੰਡਾਂ ਵਿੱਚ, ਕਸਬਿਆਂ 'ਚ, ਸ਼ਹਿਰਾਂ ਛੱਪੜ ਮੱਲੇ ਗਏ ਇੱਦਾਂ ਹੀ। ਪਰ ਰੱਬੀ ਸ਼ਾਇਰ ਛੱਪੜ ਸੁੱਕੇ ਨੂੰ ਵੇਖ ਕੇ ਕੀ ਕਹਿੰਦਾ? ਉਹ ਕਹਿੰਦਾ ਇਹ ਤਾਲਾਬ, ਇਹ ਪੱਬਰ, ਇਹ ਸਰੋਵਰ। ਇੱਕ ਦਿਨ ਮੈਂ ਲੰਘਿਆ ਸਾਂ ਤੇਰੇ ਕੋਲੋਂ, ਤੇਰੇ ਦੁਆਲੇ 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 ਹਰੇ ਭਰੇ ਰੁੱਖ ਸਨ, ਉਹਨਾਂ ਤੇ ਪੰਛੀ ਚਹਿਚਹਾ ਰਹੇ ਸਨ, ਔਰ ਤੇਰੇ ਵਿਚਕਾਰ ਸੋਨੇ ਰੰਗੇ ਕੌੜ ਫੁੱਲ ਖਿੜੇ ਸਨ, ਔਰ ਉਹਨਾਂ ਕੌੜ ਫੁੱਲਾਂ ਦੇ ਦੁਆਲੇ ਭੌਰ ਗੁੰਜਾਰ ਪਾ ਰਹੇ ਸਨ। ਪਤਾ ਨਹੀਂ ਕੀ ਹੋਇਆ, ਨਾ ਆਲੇ ਦੁਆਲੇ ਹਰੇ ਭਰੇ ਰੁੱਖ ਨੇ, ਨਾ ਤੇਰੇ ਵਿੱਚ ਕੌੜ ਫੁੱਲ ਨੇ, ਨਾ ਉਹਨਾਂ ਫੁੱਲਾਂ ਦੁਆਲੇ ਭੌਰੇ ਨੇ। ਦੱਸ ਕੀ ਭਾਣਾ ਕੀ ਵਰਤਿਆ? ਉਹ ਛੱਪੜ ਨਾਲ ਗੱਲਾਂ ਕਰ ਲੈਂਦੇ ਨੇ, ਜੋੜ ਨਾਲ ਗੱਲਾਂ ਕਰ ਲੈਂਦੇ ਨੇ, ਤਾਲਾਬ ਜਾਂ ਸਰੋਵਰ ਨਾਲ ਵੀ ਗੱਲਾਂ ਕਰ ਲੈਂਦੇ ਨੇ। ਇੱਥੇ ਮਹਾਰਾਜ ਨੇ ਉਹਨੂੰ ਪੱਬਰ ਕਿਹਾ। ਹਜ਼ੂਰ ਗੁਰੂ ਨਾਨਕ ਸਾਹਿਬ ਉਹਨੂੰ ਪੁੱਛਦੇ ਨੇ ਪੱਬਰ, ਉਹ ਅੱਗੋਂ ਕਹਿੰਦਾ ਹਾਂਜੀ। ਹਜ਼ੂਰ ਕਹਿੰਦੇ ਨੇ ਤੂੰ ਹਰਿਆਵਲਾ, ਤੂੰ ਹਰਾ ਭਰਾ ਸੈਂ, ਕਵਲਾ ਕੰਚਨ ਵੰਨ, ਕਵਲਾ ਕਵਲ ਕੰਚਨ ਸੋਨਾ, ਸੋਨੇ ਰੰਗੇ ਸੁਨਹਿਰੀ ਰੰਗ ਦੇ ਕੌੜ ਫੁੱਲ ਤੇਰੇ 'ਚ ਖਿੜੇ ਸਨ। ਕਹਿ ਦੋ ਖੜਾ ਸੜੇ ਹੋਏ, ਕਿਉਂ ਸੜ ਬਲ ਗਿਆ? ਸਾਰਾ ਸਮਾਜ ਖਤਮ ਕਿਉਂ ਹੋ ਗਿਆ? ਕਹਿ ਦੋ ਖੜੇ ਸੜੇ ਹੋਏ, ਕਾਲੀ ਹੋਈ ਆ ਦੇਵਰੀ, ਨਾਨਕ ਮੈਂ ਤਨ ਭੰਗ। ਤੇ ਉਹਨੇ ਅੱਗੋਂ ਉੱਤਰ ਦਿੱਤਾ ਪਿਆਰਿਓ, ਕਹਿਣ ਲੱਗੇ ਬਾਬਾ ਜਾਣਾ ਪਾਣੀ ਨਾ ਲਹਾਂ, ਜੈ ਸੇਤੀ ਮੇਰਾ ਸੰਗ, ਜਿਤ ਡਿਠੈ ਤਨ ਪਰ ਫੜੈ ਚੜ੍ਹੈ ਚਵਗਣ ਵਨ। ਬਾਬਾ ਪਾਣੀ ਕਰਕੇ ਸਾਰਾ ਸਮਾਜ ਸੀ। ਪਹਿਲਾਂ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਬਾਬਾ ਪਾਣੀ ਕਰਕੇ ਰੁੱਖ ਸਨ, ਰੁੱਖਾਂ ਕਰਕੇ ਪੰਛੀ ਸਨ, ਪਾਣੀ ਕਰਕੇ ਕੌਲ ਫੁੱਲ ਸੀ, ਕੌਲ ਫੁੱਲ ਕਰਕੇ ਭੌਰਾ ਸੀ। ਪਾਣੀ ਨਹੀਂ ਰਿਹਾ, ਮੇਰਾ ਜੁੱਸਾ ਸੜ ਗਿਆ। ਹੁਣ ਇਹ ਤੇ ਰੱਬੀ ਸ਼ਾਇਰ ਨੂੰ ਇਦਾਂ ਦਾ ਖਿਆਲ ਆਵੇਗਾ, ਸਾਨੂੰ ਤੇ ਸੁੱਕਾ ਛੱਪੜ ਵੇਖ ਕੇ ਖਿਆਲ ਨਹੀਂ ਆਉਂਦਾ। ਇਸ ਲਈ ਬਾਣੀ ਨੂੰ ਉਸੇ ਦ੍ਰਿਸ਼ਟੀ ਨਾਲ ਤੱਕਣਾ ਜਿਸ ਸੈਂਸ ਵਿੱਚ, ਜਿਸ ਅਵਸਥਾ ਵਿੱਚ ਜਾ ਕੇ ਉਹਨਾਂ ਨੇ ਉਚਾਰਨ ਕੀਤੀ ਹੈ, ਜਿਹੜੀ ਉਹਨਾਂ ਦੀ ਅਵਸਥਾ ਹੈ। ਭਗਤ ਕਬੀਰ ਸਾਹਿਬ ਮਹਾਰਾਜ, ਉੱਡੋ ਨਾ ਕਾਗਾ ਕਾਰੇ,
ਐ ਕਾਲਿਆ ਕਾਵਾਂ ਉੱਡ ਖਾਂ ਮਤਾ ਮੈਂ ਆਪਣੇ ਪ੍ਰੀਤਮ ਨੂੰ ਛੇਤੀ ਮਿਲ ਪਾਵਾਂ। ਬੇਗ ਮਲੀਜੈ ਆਪਣੇ ਰਾਮ ਪਿਆਰੇ। ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ। ਆਪਣੇ ਆਤਮਿਕ ਜੀਵਨ ਨੂੰ ਉੱਚਾ ਚੁੱਕਣ ਲਈ ਹਰੀ ਦੀ ਭਗਤੀ ਕਰਨੀ ਚਾਹੀਦੀ ਹੈ। ਏਕ ਆਧਾਰ ਨਾਮ ਨਾਰਾਇਣ। ਪਰਮਾਤਮਾ ਦਾ, ਨਰਾਇਣ ਦਾ ਨਾਮ ਹੀ ਸਾਡੇ ਜੀਵਨ ਦਾ ਆਧਾਰ ਹੋਣਾ ਚਾਹੀਦਾ। ਮੈਂ ਫਿਰ ਇੱਥੇ ਇੱਕ ਮਿੰਟ ਤੁਹਾਡਾ ਜ਼ਾਇਆ ਹੋਵੇਗਾ, ਬੇਨਤੀ ਕਰਦੇ ਹਾਂ। ਭਾਵੇਂ 10 ਮਿੰਟ ਹੀ ਬੈਠੀਏ, ਜਿਹੜਾ ਘੰਟਾ 2 ਘੰਟੇ ਸਾਰਾ ਦਿਨ ਜਪਦਾ ਉਹਦੇ ਚਰਨਾਂ 'ਚ ਮੇਰਾ ਨਮਸਕਾਰ ਹੈ। ਉਹਨੂੰ ਇਹ ਵੀ ਬੇਨਤੀ ਹੈ ਵੀ ਮੇਰੇ ਵਾਸਤੇ ਵੀ ਅਰਦਾਸ ਕਰ ਦੇਂ। ਪਰ ਜਿਹੜੇ ਮੇਰੇ ਨਾਲ ਦੇ ਨੇ ਬਿਲਕੁਲ ਹੀ ਨਹੀਂ ਬਹਿੰਦੇ, ਉਹ 10 ਕੁ ਮਿੰਟ ਤੋਂ ਸ਼ੁਰੂ ਕਰ ਲਓ। ਤਰਕਸ਼ੀਲਾਂ ਦੇ ਚੱਕਰ 'ਚ ਨਾ ਪਵੋ, ਮੈਂ ਦਵਾਈ ਦਿੰਦਾ ਜੀ। 10 ਕੁ ਮਿੰਟ ਤੋਂ ਸ਼ੁਰੂ ਕਰ ਲਈਏ। 10 ਕੁ ਮਿੰਟ ਵੀ ਮੋਬਾਈਲ ਚਾਰਜ 'ਤੇ ਲਾ ਦਈਏ ਤੇ ਪਰਿਵਾਰ ਨਾਲ ਸੰਪਰਕ ਬਣਿਆ ਰਹਿੰਦਾ, ਭਾਵੇਂ ਦੂਰ ਵੀ ਚਲੇ ਜਾਈਏ। ਤੇ ਜੇ 10 ਮਿੰਟ ਵੀ ਨਾ ਲਾਈਏ ਤੇ ਸੰਪਰਕ ਟੁੱਟ ਜਾਂਦਾ। ਸਾਰਾ ਪਰਿਵਾਰ ਟੈਨਸ਼ਨ 'ਚ ਆ ਜਾਂਦਾ ਵੀ ਪਤਾ ਨਹੀਂ ਕੀ ਗੱਲ ਹੈ, ਉਹਨਾਂ ਨਾਲ ਕੰਟੈਕਟ ਹੀ ਨਹੀਂ ਹੋ ਰਿਹਾ। ਇਸ ਲਈ ਪਿਆਰਿਓ, 10 ਕੁ ਮਿੰਟ ਤੇ ਆਤਮਾ ਰੂਪੀ ਬੈਟਰੀ ਨੂੰ ਚਾਰਜ ਕਰ ਹੀ ਲੈਣਾ ਚਾਹੀਦਾ। ਔਰ ਜੇ ਕੋਈ ਜ਼ਿਆਦਾ ਕਰ ਲੈ ਵੀ 100% ਕਰਕੇ ਹੀ ਉੱਥੋਂ ਲਾਣਾ ਹੈ ਪੁਆਇੰਟ ਤੋਂ, ਫਿਰ ਤੇ ਕਿਆ ਬਾਤ ਹੈ। ਪਰ ਚਲੋ 20, 30, 40, 50% ਤੇ ਚਾਰਜ ਰੱਖਣਾ ਹੀ ਚਾਹੀਦਾ ਨਾ ਆਪਣਾ ਮੋਬਾਈਲ ਜਿਹੜਾ ਹੈ, ਆਪਣੀ ਆਤਮਾ ਰੂਪੀ ਮੋਬਾਈਲ ਨੂੰ। ਫਿਰ ਇੱਕ ਹੋਰ ਬੇਨਤੀ ਕਰਦੇ ਹਾਂ। ਫਿਰ ਕਈ ਵਾਰ ਬੈਠ ਜਾਂਦੇ ਹਾਂ ਵੀ ਭਾਈ ਜੀ ਰੋਜ਼ ਕਹਿੰਦੇ ਨੇ ਚਲੋ ਬਹਿੰਦੇ ਹਾਂ ਥੋੜ੍ਹੀ ਢੋਹ ਲਾ ਕੇ ਬੈੱਡ ਨਾਲ। ਬੈਠੇ ਸਾਂ ਵਾਹਿਗੁਰੂ ਵਾਹਿਗੁਰੂ ਕਰਨ, ਵਾਹਿਗੁਰੂ ਨੂੰ ਚੇਤਾ ਕਰਨ, ਚੇਤਾ ਬੇਟਾ ਆ ਰਿਹਾ, ਚੇਤਾ ਬੇਟੀ ਆ ਰਹੀ ਹੈ। ਇਹ ਮੈਂ ਆਪਣੇ ਅਨੁਭਵ ਦੀਆਂ ਗੱਲਾਂ ਤੁਹਾਨੂੰ ਦੱਸਣਾ, ਇੱਦਾਂ ਹੁੰਦਾ ਏ। ਫਿਰ ਕੋਈ ਇਸ ਤਰ੍ਹਾਂ ਦਾ ਹੀਲਾ ਕਰ ਲਓ ਜਿਹਦੇ ਨਾਲ ਚੇਤਾ ਰਵੇ ਵੀ ਮੈਂ ਕਿਹੜੇ ਕੰਮ ਬੈਠਾ ਸਾਂ। ਕੋਈ ਸਿਮਰਨੀ ਵਗੈਰਾ ਜਾਂ ਕੋਈ ਸਾਹਮਣੇ ਦੀਵਾਰ ਦੇ ਉੱਤੇ ਇਸ ਤਰ੍ਹਾਂ ਦਾ ਸੰਕੇਤ ਹੋਵੇ ਜਿਹੜਾ ਸਾਨੂੰ ਚੇਤਾ ਕਰਾਏ ਵੀ ਤੂੰ ਇਸ ਕੰਮ ਬੈਠਾ ਸਾਂ। ਨਹੀਂ ਤੇ ਕਈ ਵਾਰ ਲੋਕਾਂ ਨੇ ਕੋਠੀਆਂ ਦੇ ਵਿੱਚ ਸਪੈਸ਼ਲ ਪੂਜਾ ਰੂਮ ਬਣਾਏ ਹੋਏ ਨੇ, ਪੂਜਾ ਰੂਮ ਬਣਾਏ ਹੋਏ ਨੇ। ਪਰ ਪੂਜਾ ਸਿਰਫ ਇਹ ਵੇ ਵੀ ਇੱਕ ਜਣਾ ਅਗਰਬੱਤੀ ਉਹਦੇ 'ਚ ਬਾਲ ਕੇ ਤੇ ਝਟਪਟ ਬਾਹਰ ਨਿਕਲ ਆਉਂਦਾ। ਗੁਟਕੇ ਰੱਖੇ ਨੇ, ਫੋਟੋ ਰੱਖੀਆਂ, ਪੂਜਾ ਹੋ ਗਈ। ਦੱਸੋ, ਇਹ ਸਾਡੀ ਪੂਜਾ ਤੇ ਨਹੀਂ। ਸਾਡੀ ਪੂਜਾ ਤੇ ਹੈ ਪੂਜਾ ਕੀਚੈ ਨਾਮ ਤੇ ਆਈਐ ਬਿਨ ਨਾਵੇਂ ਪੂਜ ਨਾ ਹੋਏ। ਪੂਜਾ ਰੂਮ ਬਣਾਇਆ, ਜੰਮ ਜੰਮ ਕੇ ਬਣਾ, ਚੰਗੀ ਗੱਲ ਹੈ। ਤੈਨੂੰ ਵਾਹਿਗੁਰੂ ਨੇ ਦੌਲਤ ਦਿੱਤੀ ਹੈ, ਘੱਟੋ ਘੱਟ 10 ਮਿੰਟ ਹੀ ਉਹਦੇ ਵਿੱਚ ਬੈਠ ਕੇ ਉਹਨੂੰ ਸਫਲਾ ਕਰ ਦੇ। ਉਹ ਵੀ ਵਿਚਾਰਾ ਕਹੇ ਵੀ ਮੇਰਾ ਬਣਾਉਣਾ ਸਕਾਰਤਾ ਹੋ ਗਿਆ। ਪੂਜਾ ਰੂਮ ਬਣਾਉਣ ਨਾਲ ਪੂਜਾ ਨਹੀਂ ਨਾ ਹੋ ਜਾਂਦੀ, ਪੂਜਾ ਕਰਨ ਨਾਲ ਪੂਜਾ ਹੁੰਦੀ। ਔਰ ਪੂਜਾ ਕਰਨ ਲਈ ਪੂਜਾ ਰੂਮ ਦੀ ਮੈਂ ਤੇ ਕਹਾਂਗਾ ਜ਼ਰੂਰਤ ਹੀ ਕੋਈ ਨਹੀਂ। ਜਿੰਨਾ ਕਰਨੀ ਹੈ ਉਹਨਾਂ ਤੇ ਤੁਰਦੇ ਫਿਰਦਿਆਂ ਵੀ ਕਰ ਲੈਣੀ। ਖੈਰ, ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ ਰਾਗ ਗੌੜੀ। ਹੁਣ ਜਿਹੜਾ ਅੱਗੇ 11ਵਾਂ ਲਿਖਿਆ ਨਾ ਪਿਆਰਿਓ, ਸਿਰਫ 11ਵਾਂ ਲਿਖਿਆ, ਇੱਕ ਤੇ ਇਹਨੂੰ 11 ਨਹੀਂ ਪੜ੍ਹਨਾ। ਹੁਣ ਸੰਥਿਆ ਨੂੰ ਲੈ ਕੇ ਵੀ ਥੋੜ੍ਹੇ ਬਹੁਤੇ ਵਿਦਵਾਨਾਂ ਵਿੱਚ ਮਤਭੇਦ ਨੇ। ਪਰ ਜਦੋਂ ਸਿੰਘ ਸਭਾ ਲਹਿਰ ਵਿੱਚੋਂ ਨਿਕਲੀਆਂ ਸੰਪਰਦਾਵਾਂ ਜਿਵੇਂ ਮਿਸ਼ਨਰੀ ਕਾਲਜ ਨੇ, ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਨੇ, ਹੁਣ ਹੈ ਇਹਦਾ ਅਰਥ ਕੀ ਹੈ ਮੈਂ ਪਹਿਲਾਂ ਦੱਸ ਦਿਆਂ। ਰਾਗ ਗੌੜੀ ਅੱਗੇ ਲਿਖਿਆ 11 ਹਿੰਦਸੇ ਦਾ। ਪਹਿਲੀ ਬੇਨਤੀ ਹੈ ਇਹਨੂੰ 11 ਨਹੀਂ ਕਹਿਣਾ, 11ਵਾਂ ਕਹਿਣਾ। ਇਹਨੂੰ 11ਵਾਂ ਕਹਿਣਾ ਹੈ, ਅੱਖਰਾਂ 'ਚ ਕਹਿਣਾ, ਅੰਕਾਂ 'ਚ ਨਹੀਂ ਕਹਿਣਾ। ਦੂਜੀ ਗੱਲ ਇਹ ਹੈ ਵੀ ਹੈ ਕਿ ਜੇ ਇਹਨੂੰ ਸਮਝਣਾ ਹੋਵੇ ਤਾਂ ਮੈਂ ਸਮਝਣ ਲਈ ਇਹਦੇ ਵਿੱਚ ਉਹ ਚੀਜ਼ ਲਾਉਣ ਲੱਗਾ ਜਿਹੜੀ ਲੱਗਦੀ ਏ। ਇਹ ਹੈ ਰਾਗ ਗੌੜੀ ਘਰ 11ਵਾਂ। ਇਹਨੂੰ 11ਵੇਂ ਘਰ ਵਿੱਚ ਗਾਇਨ ਕਰਨਾ ਹੈ। ਥੋੜ੍ਹੀ ਜਿਹੀ ਹੋਰ ਬੇਨਤੀ ਕਰਦੇ। ਘਰ ਦਾ ਸੰਬੰਧ ਢੋਲਕੀ ਤਬਲੇ ਨਾਲ ਹੈ। ਗੁਰੂ ਨਾਨਕ ਸਾਹਿਬ ਜਦੋਂ ਕੀਰਤਨ ਕਰਦੇ ਸਨ ਰਬਾਬ ਨਾਲ, ਉਹਦੇ ਨਾਲ ਢੋਲਕੀ ਨਹੀਂ ਸੀ ਵੱਜਦੀ, ਨਾ ਤਬਲੇ ਦੀ ਜ਼ਰੂਰਤ ਪੈਂਦੀ। ਕਿਉਂ ਨਹੀਂ ਪੈਂਦੀ? ਕਿਉਂਕਿ ਉਹਦੇ ਵਿੱਚ ਉਹ ਕਵਰ ਹੋ ਜਾਂਦਾ ਹੈ ਤੇ ਉਹ ਘਰ ਬਕਾਇਦਾ ਉਹਦੇ ਵਿੱਚ ਮੌਜੂਦ ਹੁੰਦੇ ਸਨ। ਸਾਡੇ ਜਿਹੜੇ ਅਸਲ ਸਾਜ਼ ਨੇ ਤੰਤੀ ਸਾਜ਼ ਨੇ, ਸਤਾਰ ਹੈ, ਗਿਟਾਰ ਹੈ, ਰਬਾਬ ਹੈ, ਹੋਰ ਯਾਨੀ ਤੰਤੀ ਸਾਜ਼, ਤੰਤਾਂ ਵਾਲੇ, ਤੰਦਾਂ ਵਾਲੇ। ਆਹਿਸਤਾ ਆਹਿਸਤਾ ਇਹ ਜਿਹੜਾ ਹਾਰਮੋਨੀਅਮ ਦੀਆਂ ਚੰਚਲ ਸੁਰਾਂ ਨੂੰ ਸੰਗਤਾਂ ਨੇ ਪਸੰਦ ਕੀਤਾ। ਔਰ ਸਾਡੇ ਰਾਗੀ ਸਿੰਘਾਂ ਨੇ ਵੀ ਆਖਿਆ ਵੀ ਜਦੋਂ ਸੰਗਤ ਦੀ ਖੁਸ਼ੀ ਲੈਣੀ ਹੈ ਤੇ ਠੀਕ ਹੈ।
तो अध्यात्मकवाद के नेड़े सानू लै जाते हैं तंती साज, उन्हां च चंचलता नहीं होती। सुरत जिधर जानी चाहिए उधर जाती है। खैर, राग गौड़ी घर 11वां, इनू घर 11वां उच्चारण नहीं भी करना तो 11 नहीं कहना, इनू कहना राग गौड़ी 11वां, भाव 11वां घर। आस पास कन तुलसी का बिरवा, माज बना रस गाँव रे, उहाँ का स्वरूप देख मोही ग्वारन, मोह को छोड़ ना आऊ ना जाहू रे। बिल्कुल 2 को 17 का शब्द है, पर समझण वाला है। तुसी सुर ते जोर दे के बेनती सुनिया। ये कबीर साहब का शब्द है। कबीर साहब कहते ने बई जिदे आले दुआले तुलसियां ही तुलसियां दे दरख्त ने। तुलसी बड़ा गुणकारी पौधा है, तुहानू सारिਆਂ ਨੂੰ पता है। अजकल बीमारियां की बहुत ज़्यादा व्यापकता कारण लोग इस तरह के आर पार करते हैं, लिहाजा घरों में लोगों गमलियां च लाए ने। पर तुसी किते मथरे जाओ, बिंद्राबन जाओ, कोई जमीन की तासीर अक्सीर ऐसी है भी तुसी तुलसी ना भी बीजो तो पैलियां च आपे उग पैंदी है। और किसी जमाने इत्थे जंगल सी, और उस जंगल च कहते हैं 90% प्लस सिर्फ तुलसी के रुख सन, और वड्डे वड्डे रुख सन तुलसी के पौद्यां दे। और उन्हां दे विच श्री कृष्ण जी अपनियां गावां चारदे। हुण एक होर बेनती करदे आ, हुण जिहड़ी संकीर्णता है भी जिहड़े अन्न मतां दे पैगंबर ने उन्हां दी भी भंडी भी करनी है। इत्थों तक भी उन्हां दा सत्कार नाल नाम ही लै लईए ते समझिया जांदा भी इहनूं गुरमत दा पता नहीं, ये ते श्री कृष्ण कह रहा सी, ये ते श्री रामचंद्र जी कह रहा सी। वो प्यारे हो, ये एक भावनात्मक गल्लां ने। जे साडे गुरु साहिबान बारे कोई अपशब्द बोले सानू बुरा लगदा है, इस तरह उन्हां नूं भी बुरा लगदा है। तुसी उन्हां दे अनुयायी ना बनो, उन्हां दी तारीफ ना करो, पर उन्हां दा अपमानजनक ढंग नाल ना लैण दा हक सानू नहीं मिल जाता। जे भाईचारक सांझ वधाणी है, साडे गुरु साहिबान बारे कोई अपशब्द ना बोले, ये एटमोसफेयर क्रिएट करना है, तो सानू भी अपनी जुबान नूं लगाम देनी पवेगी। हुण तुसी वेखो, उन्हां दी माता दा नाम एक जशोदा, एक देवकी, एक ने जन्म दिता, एक ने पालिया। हुण जदों गुरु ग्रंथ साहब नूं पढ़दे हो, इत्थे ते भी लिखिया धन धन तू माता देवकी। की करोगे, कढ़ दोगे ना पंक्तियां नूं। धन धन तू माता देवकी, जे ग्रह रमैया कमलापति। जिदे घर वासुदेव किशन ने जन्म लिया, हे देवकी तू धन है, हे देवकी तू सत्कार योग है। माता तृप्ता सत्कार योग है, पर माता कुशल्या भी तो सत्कार योग है, माता देवकी भी सत्कार योग है। और माता ते हरेक ही सत्कार योग है, जिन्हें जन्म दिता सो क्यों मंदा आखी है, जित जम्मै राजा। तो ये भी थोड़ी संकीर्णता तो बाहर निकल के थोड़े ब्रॉड माइंडेड हो के इस तरह भी असी सोचीए। मैं इदा सोचना, हो सकता मैं रॉन्ग होवां। जिथे आले दुआले तुलसी दे बूटे ने, आस पास कन तुलसी का बिरवा, बिरवा मैंने बूटे पेडे, माज बना रस गाँव रे, ਉਹਦੇ ਵਿੱਚ एक रस गाँव बनया, रस वाला माहौल बनया, जिथे श्री कृष्ण जी गावां चारदे। उहाँ का स्वरूप देख मोही ग्वारन, उस श्री कृष्ण का स्वरूप वेख के एक गरीब जी ग्वालन मोही गई। ते ओ श्री कृष्ण नूं कहंदी है भी मोह को छोड़ ना आऊ ना जाहू रे। इहदे च विडंबना की है? सधारण बच्चे बच्ची का आपस में मोह हो जाए, प्रेम हो जाए, प्रेमी प्रेमिका एक दूजे तो जुदा नहीं होना चाहते। उस ग्वालन का एक पासड़ प्यार भी हो सकता है, और वह ये कहना भी मोह को छोड़ ना आऊ ना जाऊ रे, ये सुभाविक है। प्यार में इस तरह होंदा ही है। वेखो ना, तुहानू कोई एक रुमाल लै दे 10 रुपये 20 रुपये 30 रुपये का खरीद के, किन्नी को वैल्यू है, पर एक प्रेमी अपनी प्रेमिका नूं हैंकी दे जां प्रेमिका प्रेमी नूं दे, तो तुसीं वेखो कितना साਂਭ ਸਾਂਭ के रख। मुंदरी किन्ने कुछ आ जाती है, 5 10 20 50 रुपये की मुंदरी आ जाती। की वैल्यू है अज के युग 50 रुपये की, पर वो लांदे ही कोई नहीं उंगली के विचों। तो गल
प्रतीकता दी है। प्रतीक की है? वो रुमाल, वो मुंदरी, वो प्यार का प्रतीक है। वो गल 50 रुपइया की ਜਾਂ 10 रुपइया की नहीं, ਉਹਦੀ वैल्यू की नहीं भी बाजार में वैल्यू की गल, ਉਹਦੀ प्रतीक किस जी, वो प्यार का प्रतीक है। जिस तरह ग्वालण श्री कृष्ण ते लुभाएमान हो गई तो कहती मोको छोड़ ना आओ ना जाओ रे हे वैगुरु, उस तरह मैं गरीब जिहा जुलाहा तेरे अगे तरला लेना, मोको छोड़ ना आओ ना जाहू रे, मोको छोड़ ना आओ ना जाहू रे। इस तरह असी तरला लईए। तोहे चरण मन लागो सारंग धर, हे सारंग धर तुहाडे चरनां विच मेरा मन लग गया। श्री कृष्ण जी दे जिहड़े अनुयायी ने, जदों फिर वो किते उन्हां नाल संबंधित कोई समागम करते ने, जगराते करते ने, भजन मंडलियां वाले, वो फिर एक गल सुनाते हैं भी जदों श्री कृष्ण जी गोकल तो मथुरा आ गए ना कंस का किरतार्थ करने लई, लिखिया ना बाणी च, कंस किरतार्थ कियो उग्र सैन को राज अपै भगतै जन दियो। जदों गोकल तो कंस का किरतार्थ करने लई मथुरा आ गए तो रजेवें वध गए तो वापस ना जा सके। हुण ग्वालना चेता करन, हुण जदों चेता करन समूहक रूप में समग्र एकाग्रता नाल ते वो डिस्टर्ब होण। हुण तुसीं कहोगे जी वो उन्हां नूं चेता करन, वो उत्थे डिस्टर्ब होण, ये किदां हो सकदा? हुण जे साडी संवेदनशीलता बहुत घट है, वो आहिस्ता आहिस्ता होर घटती गई इंसानी तल तो पशु तल तक चले जाइए, फिर कुछ नहीं हुंदा। वरना साइंस ने भी इनू मन के इनू नाम दिता, इनू नाम दिता है साध संगत टैलीपैथी, क्षमा करना, जिवें टैलीफैक्स, टैलीफोन, टैलीपैथी। वो की कहते? वो कहते जदों समग्र एकाग्रता नाल, समग्र एक केंद्र बिंदु ते सुरत नूं इकट्ठा कर तुसीं किसी नूं याद करदे हो, उहनूं जरूर महसूस हुंदा है। तुसीं कई वार वेख्या होवेगा, तुसीं किसी नूं फोन करन दी सोचदे हो और तुसीं अजे सीधे ही हुंदे हो ते फोन उहदा आ जांदा। ये की काम करदा? ये टैलीपैथी काम करदी है, ये भी मर्ज करदे आ। बिना किसी उपकरण दे तुहाडीआं जिहड़ियां वेव्स ने उत्थों तक पहुंच जाणीआं, टैलीपैथी। वो टैलीपैथी काम किया, श्री कृष्ण जी डिस्टर्ब हो गए, उन्हें उदो नूं भेजिया भी उदो जा, वो तो मैनू कुछ करन ही नहीं देंदियां, इन्नी समग्र एकाग्रता नाल याद कर रही ने, मैनू भी उधर ध्यान देना पैंदा। उदो जी ने जाके उपदेश देने का कई तरीकों नाल समझाया, पर वो ना समझिया। उड़क उदो कहन लगा, वेखो श्याम जी मथुरा तो वापस नहीं आ सकते, उन्होंने उत्थे रजेवें बड़े ने, तुसीं इदां करो, तुसीं जगदीश जगदीश जपो, जगदीश नाम परमात्मा का। तो पता वो की कहंदियां? वो कहंदियां उदो मन नहीं 10-20 एक मन सी, वो श्याम जी लै गए, कौन भजे जगदीश। तो ये उन्हां दी जिहड़ी अवस्था सी, उस अवस्था नूं सामने रख के कबीर साहब कहंदे ने भी उहाँ का स्वरूप देख मोही ग्वारन, मोको छोड़ ना आओ ना जाऊ रे। उस तरह वो तरला करता है तो कहते मैनू छड्ड के ना जाओ। कबीर साहब कहते हैं तोहे चरण मन लागो सारंग धर, सो मिले जो बड़ भागो। वड्डियां भागां वाला तुहानू मिल सकता है। मेरी सुरत तुहाडे चरनां विच जुड़ गई है। बिंद्रा बन मन हरन मनोहर, बिंद्रा बन विच ग्वालियां दे मन नूं हरन वाला मनोहर वासुदेव किशन, कृष्ण चरावत गाऊ रे, जांका ठाकर तू ही सारंगधर मोहे कबीरा नाव रे। वो ग्वालना बड़ियां गरीब सन ते उन्हां गरीब ग्वालना दा मोह कृष्ण नाल पै गया ते हे अकाल पुरख वैगुरु ईश्वर जी, मैनू भी लोकी गरीब जलाहा कहंदे ने ते मेरा तरला भी उन्हां ग्वालना वर्गा है। मैं भी तुहाडे चरनां च बेनती करना भी मोको छोड़ ना आऊ ना जाओ रे। तुसी मैनू छड्ड के किते भी ना जाओ, तुसी मेरे कोल रहो। इस तरह की तड़फ जिवें गुरु नानक साहब सच्चे पातशाह रात तू कर रहे ने, माँ वेख रही है तो फिर रात का पहला पैर लंघ जाता है, माँ तृप्ता फिर आउंदी है, पुत्र सारे लोग सौ गए ने, तुसी भी सौ जाओ। माँ सौना वा तो कथा कहती है, जन्म साखियां कहंदियां ने दूजा पैर भी लंघ गया, तीजा पैर भी लंघ गया,
ਤੇ ਹੁਣ ਮਾਤਾ ਤ੍ਰਿਪਤਾ ਕਹਿਣ ਲੱਗੀ ਪੁੱਤਰ ਹੁਣ ਤੇ ਦਿਨ ਦਾ ਚੜਾ ਹੈ, ਹੁਣ ਤੇ ਸੌਂ ਜਾ। ਤੇ ਹਜ਼ੂਰ ਇੱਕਦਮ ਖਬਰਦਾਰ ਹੋ ਕੇ ਮਾਂ ਦੇ ਨਾਲ ਚਿਹਰੇ ਵੱਲ ਚਿਹਰਾ ਕੀਤਾ, ਆਈ ਕੰਟੈਕਟ ਬਣਾਇਆ, ਕਹਿਣ ਲੱਗੇ ਮਾਂ ਤੈਨੂੰ ਕੋਈ ਆਵਾਜ਼ ਸੁਣਾਈ ਦਿੰਦੀ ਹੈ? ਆਖਣ ਲੱਗੀ ਹਾਂ ਪੋਤੇ, ਤੇ ਸਾਰੀ ਰਾਤ ਹੀ ਕੂਕਦਾ ਰਿਹਾ ਪਪੀਹਾ। ਮਾਂ ਵੇਖ ਉਹ ਪਪੀਹਾ ਇੱਕ ਪੰਛੀ ਹੋ ਕੇ ਸਾਰੀ ਰਾਤ ਸ਼ਾਂਤੀ ਬੂੰਦ ਲਈ ਕੂਕ ਰਿਹਾ ਹੈ, ਤੇ ਮੈਂ ਇੱਕ ਇਨਸਾਨ ਹੋ ਕੇ ਆਪਣੇ ਪਰਮਾਤਮਾ ਵਾਸਤੇ ਸਾਰੀ ਰਾਤ ਨਹੀਂ ਜਾਗ ਸਕਦਾ। ਮਾਂ ਮੇਰਾ ਉਹਦੇ ਨਾਲ ਮੁਕਾਬਲਾ ਹੈ, ਉਹਨੇ ਕੂ ਕੂ ਕਰਨਾ ਬੰਦ ਨਹੀਂ ਕਰਨਾ, ਤੇ ਮੈਂ ਵੀ ਆਪਣੇ ਪਰਮੇਸ਼ਵਰ ਨੂੰ ਤੂੰ ਤੂੰ ਕਰਨਾ ਬੰਦ ਨਹੀਂ ਕਰਨਾ। ਇਹ ਇੱਕ ਬੇਬਲਤਾ ਹੈ, ਇੱਕ ਅਵਸਥਾ ਹੈ। ਸੋ ਸਮਾਂ ਸਮਾਪਤ ਹੈ। ਗੁਰੂ ਕਿਰਪਾ ਕਰੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਪਿਆਰਿਓ, ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣੀ। ਸੋ ਹਫ਼ਤਾਵਾਰੀ ਦੀਵਾਨ ਇਸੇ ਪਵਿੱਤਰ ਸਥਾਨ 'ਤੇ ਸ਼ਨੀਵਾਰ ਦੇ ਦਿਨ ਸੋਦਰ ਰਹਿਰਾ ਸਾਹਿਬ ਦੇ ਪਾਠ ਤੋਂ ਪ੍ਰਾਰੰਭ ਹੋ ਜਾਂਦੇ ਨੇ, ਜਿਹਦੇ ਵਿੱਚ ਬਹੁਤ ਹੀ ਉੱਚ ਕੋਟੀ ਦੇ ਰਾਗੀ ਢਾਡੀ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ, ਕੀਰਤਨ, ਇਤਿਹਾਸ ਵਿਚਾਰਾਂ ਨਾਲ ਨਿਹਾਲ ਕਰਦੇ ਨੇ। ਉਪਰੰਤ ਗੁਰੂ ਕੇ ਲੰਗਰ ਵੀ ਅਟੁੱਟ ਵਰਤਦੇ ਨੇ। ਸਾਧ ਸੰਗਤ ਸਨਿਮਰ ਬੇਨਤੀ ਹੈ, ਪਰਿਵਾਰਾਂ ਸਮੇਤ, ਆਂਢ ਗੁਆਂਢ ਸਮੇਤ ਆਵੋ, ਕੀਰਤਨ ਕਥਾ ਦਾ ਆਨੰਦ ਲਵੋ, ਗੁਰੂ ਕੇ ਲੰਗਰ ਛਕੋ ਔਰ ਫਿਰ ਘਰਾਂ ਨੂੰ ਜਾਓ। ਲੰਗਰਾਂ ਦੀ ਸੇਵਾ ਕੋਈ ਪਰਿਵਾਰ ਹਫ਼ਤਾਵਾਰੀ ਦੀਵਾਨਾਂ ਦੀ ਸੇਵਾ ਲੈਣੀ ਚਾਹੁੰਦਾ ਹੋਵੇ ਤਾਂ ਉਹ ਵੀ ਭਾਈ